ਗੋਬਿੰਦ ਸਿੰਘ ਬੇਸਾਲਾ ਤਰੁ ਤਰਾ ਧਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰੰਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਯੋਂ ਸੁਨ ਤੂਸ਼ਨ ਹੋਤ ਪਇਓ। ਪੁਨ ਭੰਗਰ ਨਾਥ ਨਾ ਬਾਨੀ ਅਲਾਈ। ਲੋਪ ਪਇਓ ਪ੍ਰਗਟਿਓ ਟਿਗ ਗੋਰਖ। ਬੈਠ ਗਇਓ ਨਿਜੀ ਆਸਨ ਲਾਈ। ਆਗੇ ਚਲੇ ਤੈਂ ਤੇ ਗੁਰ ਨਾਨਕ। ਹੈ ਬਿਖਰੇ ਗਿਰ ਪੰਥ ਨਾ ਪਾਈ। ਊਨਾ ਪਹਾੜ ਕੇ ਜਾਏ ਕੈ ਸ਼ਿਖਰ। ਬੈਸ ਗਏ ਸੁਠ ਰੂਪ ਸੁਹਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ। ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੀ ਪਾਵਨ ਮੁਬਾਰਕ ਜੀਵਨ ਕਥਾ ਸਰਵਣ ਕਰਨ ਹਿਤ पातशाह जियों के मुबारक चरण कमला पास उपस्थित होए हो साध संगत जी। चल रही पावन लड़ीवार विचार इतिहास दी। धन गुरु नानक देव महाराज जी दीन दुनिया नूं तारदियां होया सुमेर पर्वत पर जा रहे हैं। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਰਸਤਾ ਰੋਕਣ ਦੇ ਵਾਸਤੇ ਵੱਖ-ਵੱਖ ਸਿੱਧ ਸਤਿਗੁਰੂ ਜੀਆਂ ਦੇ ਨਾਲ ਸਵਾਲ ਜਵਾਬ ਕਰ ਰਹੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਾਣੀ ਵਿੱਚ ਲਿਖਦੇ ਹਨ, ਚਰਪਟ ਬੋਲੇ ਅਵਧੂ ਨਾਨਕ ਦੇਹ ਸੱਚਾ ਵਿਚਾਰੋ। ਪਾਤਸ਼ਾਹ ਜੀ ਨੂੰ ਲੱਗੇ ਕਹਿਣ ਵੀ ਸਾਨੂੰ ਸੱਚੀ ਤੁਸੀਂ ਵਿਚਾਰ ਦੱਸੋ, ਜਿਹੜੇ ਸਾਡੇ ਪ੍ਰਸ਼ਨ ਹਨ ਤੁਸੀਂ ਉਹਨਾਂ ਦਾ ਉੱਤਰ ਤੁਸੀਂ ਸਾਨੂੰ ਦੇਣਾ ਕਰੋ। ਸਰਵਣ ਕੀਤਾ ਲੋਹਾ ਰੀਪਾ ਨੇ ਮਹਾਰਾਜ ਜੀਆਂ ਨੂੰ ਪੰਜ ਤੱਤਾਂ ਬਾਰੇ, ਉਹਨਾਂ ਦੇ ਗੁਣ, ਉਹਨਾਂ ਦੇ ਜਿਹੜੀਆਂ 25 ਪ੍ਰਕਿਰਤੀਆਂ ਉਹਨਾਂ ਬਾਰੇ ਪੁੱਛਿਆ। ਸਤਿਗੁਰੂ ਜੀਆਂ ਨੇ ਉਹਨਾਂ ਦਾ ਉੱਤਰ ਦਿੱਤਾ। ਲੋਹਾ ਰੀਪਾ ਤੋਂ ਬਾਅਦ ਮਹਾਰਾਜ ਜੀਆਂ ਦੇ ਕੋਲ ਸਤਿਗੁਰੂ ਜੀਆਂ ਦੇ ਨਾਲ ਭੰਗਰਨਾਥ ਪਾਤਸ਼ਾਹ ਜੀਆਂ ਦੇ ਕੋਲ ਵਿਚਾਰ ਵਾਸਤੇ ਆਇਆ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੂੰ ਆਣ ਕੇ ਲੱਗਾ ਕਹਿਣ, ਕਹਿੰਦੇ ਤੁਸੀਂ ਜੀ ਵੇਖੋ, ਮਨਸਾ ਹੈ ਮਾਈ ਤਾਂ ਕੋ ਮੂੰਡ ਹੈ ਮੁੰਡਾਈ, ਪੁੰਨ ਮਾਈ
ਹੂੰ ਕੀ ਮਾਈ ਸੰਗ ਤਜਿਆ ਨਾ ਸੰਭਾਰਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਹਨ, ਕਹਿਣ ਲੱਗੇ ਭਾਈ ਤੁਸਾਂ ਨੇ ਜਿਹੜੀ ਯੋਗ ਦੀ ਜੁਗਤ ਹੈ ਨਾ, ਯੋਗ ਦੀ ਜੁਗਤ ਤੁਸਾਂ ਨੇ ਇਹ ਗਵਾ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਵਨ ਇਹ ਬਚਨ ਭੰਗਰ ਨਾਥ ਨੂੰ ਕੀਤੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੱਲਬਾਤ ਸੁਣ ਕੇ ਭੰਗਰ ਨਾਥ ਵਾਪਸ ਜਾਣ ਲੱਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਸੋਂ ਵਿਚਾਰ ਦੇ ਅੰਦਰ ਹਾਰ ਕਰਕੇ ਭੰਗਰ ਨਾਥ ਬੜਾ ਹੀ ਸ਼ਰਮਿੰਦਾ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਾਹਮਣੇ ਭੰਗਰ ਨਾਥ ਨਾ ਖਲੋ ਸਕਿਆ। ਸਤਿਗੁਰੂ ਜੀ ਦੇ ਪਾਸੋਂ ਵਿਚਾਰ ਕਰਨ ਤੋਂ ਉਪਰੰਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਜਦੋਂ ਭੰਗਰ ਨਾਥ ਵੀ ਵਿਚਾਰ ਅੰਦਰ ਹਾਰਿਆ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਸੋਂ ਸਾਧ ਸੰਗਤ ਜੀਓ ਉੱਠ ਕੇ ਜਾਣ ਲੱਗਾ। ਇੱਥੋਂ ਤੱਕ ਜਿਹੜੀ ਆਪਾਂ ਵਿਚਾਰ ਸੀ ਸਤਿਗੁਰੂ ਜੀਆਂ ਦੇ ਪਾਵਨ ਮੁਬਾਰਕ ਜੀਵਨ ਦੀ, ਉਹ ਆਪਾਂ ਨੇ ਸਰਵਣ ਕੀਤੀ ਹੈ। ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ, ਕੋਈ ਪਿਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਯੋਂ ਸੁਨ ਤੂਸ਼ਨ ਹੋਤ ਪਇਓ, ਪੁਨ ਭੰਗਰ ਨਾਥ ਨਾ ਬਾਨੀ ਅਲਾਈ। ਮਹਾਰਾਜ ਜੀਆਂ ਨੇ ਸਮਝਾ ਦਿੱਤਾ ਕਿ ਤੁਹਾਨੂੰ ਯੋਗ ਦੀ ਜੁਗਤੀ ਨਹੀਂ ਆਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਸੋਂ ਸਾਰੇ ਬਚਨ ਸੁਣ ਕੇ ਭੰਗਰ ਨਾਥ ਤੂਸ਼ਣ ਹੋ ਗਿਆ। ਉਹਨੇ ਆਪਣੀ ਜ਼ੁਬਾਨ ਤੋਂ ਕੋਈ ਵੀ ਬਚਨ ਨਾ ਕੀਤਾ। ਲੋਪ ਪਇਓ ਪ੍ਰਗਟਿਓ ਟਿਗ ਗੋਰਖ, ਬੈਠ ਗਇਓ ਨਿਜੀ ਆਸਨ ਲਾਈ। ਪਾਤਸ਼ਾਹ ਦੇ ਕੋਲੋਂ ਜਾ ਕੇ ਫਿਰ ਇਹ ਆਪਣੇ ਗੁਰੂ ਗੋਰਖ ਦੇ ਕੋਲ ਆਸਨ ਲਾ ਕੇ ਉਸ ਥਾਂ ਬੈਠਾ ਹੈ। ਆਗੇ ਚਲੇ ਤੈਂ ਤੇ ਗੁਰ ਨਾਨਕ, ਹੈ ਬਿਖਰੇ ਗਿਰ ਪੰਥ ਨਾ ਪਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸੰਗੀਆਂ ਦੇ ਨਾਲ ਸਾਧ ਸੰਗਤ ਜੀਓ ਉਸ ਥਾਂ ਤੋਂ ਅਗਾਂਹ ਨੂੰ ਤੁਰੇ। ਲੋਹਾ ਰੀਪਾ ਵੀ ਪਾਤਸ਼ਾਹ ਜੀ ਦਾ ਰਸਤਾ ਰੋਕਣ ਵਾਸਤੇ ਆਇਆ, ਭੰਗਰ ਨਾਥ ਵੀ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਦਾ ਉੱਤਰ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਜੀਓ ਇਸ ਤੋਂ ਅਗਾਂਹ ਨੂੰ ਤੁਰਦੇ ਹਨ। ਬੜਾ ਹੀ ਜਿਹੜਾ ਕਠਿਨ ਰਸਤਾ ਹੈ, ਪਹਾੜਾਂ ਦਾ ਜਿਹੜੇ ਰਸਤਾ ਵੀ ਦਿਖਾਈ ਨਹੀਂ ਦਿੰਦਾ। ਊਨਾ ਪਹਾੜ ਕੇ ਜਾਏ ਕੈ ਸ਼ਿਖਰ, ਬੈਸ ਗਏ ਸੁਠ ਰੂਪ ਸੁਹਾਈ। ਅਤਿਅੰਤ ਸੁੰਦਰ ਸਵਰੂਪ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਪਹਾੜ ਜੋ ਊਨਾ ਉਹਦਾ ਨਾਮ ਲਿਖਿਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਥਾਂ ਜਾ ਕੇ ਬੈਠ ਗਏ ਹਨ। ਕਬਿਤ ਬੈਠ ਕਟੀ ਤੀਨ ਮੁਸਕਾਨੇ ਹੈ ਪ੍ਰਬੀਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ 3 ਘੜੀਆਂ ਉੱਥੇ ਬੈਠੇ ਤੇ ਪਾਤਸ਼ਾਹ ਇੱਕੋ ਦਮ ਮੁਸਕਰਾਉਣ ਲੱਗੇ। ਗੁਰ ਬੂਝੇ ਮਰਦਾਨਾ ਕੈਸੇ ਕੀਨੋ ਮੁਸਕਾਵਨੋ। ਸਤਿਗੁਰੂ ਜੀਆਂ ਨੂੰ ਭਾਈ ਮਰਦਾਨਾ ਜੀ ਹੱਥ ਜੋੜ ਕੇ ਪੁੱਛਦੇ ਹਨ, ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਗੱਲ ਹੋਈ, ਤੁਸੀਂ ਇੱਕੋ ਦਮ ਹੱਸਣ ਕਿਉਂ ਲੱਗੇ ਹੋ, ਮੁਸਕਰਾਉਣ ਕਿਉਂ ਲੱਗੇ ਹੋ? ਪ੍ਰਭੂ ਬੈਨ ਕਹਿਓ ਜੋਗੀ ਆਵ ਤੋ ਹੈ ਲਿਓ। ਮਹਾਰਾਜ ਜੀ ਕਹਿੰਦੇ ਉਹ ਵੇਖ ਸਾਹਮਣੇ ਜੋਗੀ ਤੁਰਿਆ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਲੱਗੇ ਕਹਿਣ, ਉਹ ਵੇਖ ਸਾਹਮਣੇ ਜੋਗੀ ਤੁਰਿਆ ਆਉਂਦਾ ਹੈ। ਏਕ ਮਨ ਮਨ ਦਿਓ ਹੱਸੇ ਦੇ ਕਰ ਆਵਨੋ। ਮੈਂ ਕਹਿੰਦੇ ਉਹਨਾਂ ਦੇ ਮਨ ਦਾ ਅਹੰਕਾਰ ਵੇਖ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਮੈਂ ਉਹਨਾਂ ਵੱਲੇ ਵੇਖ ਕੇ ਮੁਸਕਰਾ ਰਿਹਾ, ਵੇਖ ਕਿਵੇਂ ਹੰਕਾਰ ਦੇ ਨਾਲ ਹੰਕਾਰੇ ਤੁਰੇ ਆਉਂਦੇ ਹਨ।
ਭੇਜਿਤ ਚੜਤ ਕਰ ਗੋਰਖ ਜੋ ਹਮ ਪਰ। ਜੋ ਗੋਰਖ ਨੇ ਸਾਡੇ ਉੱਪਰ ਆਪਣੀ ਇਹ ਫੌਜ ਚੜਾ ਕੇ ਵਾਰ-ਵਾਰ ਸਾਡੇ ਵੱਲੇ ਭੇਜ ਰਿਹਾ ਹੈ। ਮਤ ਸਰ ਉਰ ਧਰ ਹੋਏ ਨਾ ਲਜਾਵਨੋ। ਕਹਿੰਦੇ ਇਹਨਾਂ ਨੂੰ ਲੱਜਿਆ ਨਹੀਂ ਆਉਂਦੀ, ਇਹ ਈਰਖਾ ਵਸ ਹੋ ਕੇ ਸਾਡੇ ਉੱਪਰ ਫੌਜ ਵਾਰ-ਵਾਰ ਚੜਾ ਭੇਜਦੇ ਹਨ। ਕਹੇ ਮਰਦਾਨਾ ਜਾਂ ਕੋ ਮਾਰੋ ਚੱਡੇ ਗਾਟੇ ਕਰ। ਪਾਤਸ਼ਾਹ ਤੁਸੀਂ ਆਗਿਆ ਦਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੈਂ ਇਹਨਾਂ ਨੂੰ ਇੱਕੋ ਦਮ ਭਵਾ ਕੇ ਧਰਤੀ ਨਾਲ ਪਟਕਾ ਕੇ ਮਾਰਾਂ, ਜਿਹੜੇ ਵਾਰ-ਵਾਰ ਆਪਾਂ ਨੂੰ ਤੰਗ ਪਏ ਕਰਦੇ ਨੇ। ਕਿਉਂਕਿ ਤੀਜਾ ਚੌਥਾ ਇਹਨਾਂ ਦੇ ਵਿੱਚੋਂ ਸਿੱਧ ਆਇਆ ਹੈ ਪਾਤਸ਼ਾਹ ਨੂੰ ਡਲਾਉਣ ਦੇ ਵਾਸਤੇ। ਭਾਈ ਮਰਦਾਨਾ ਜੀ ਕੋਲ ਬੈਠੇ ਸਾਰੀ ਉਹਨਾਂ ਦੀ ਗੱਲਬਾਤ ਸੁਣਦੇ ਵੀ ਨੇ। ਭਾਈ ਮਰਦਾਨਾ ਜੀ ਲੱਗੇ ਕਹਿਣ, ਪਾਤਸ਼ਾਹ ਇੱਕ ਕੰਮ ਕਰੋ, ਇਹਨਾਂ ਨੂੰ ਪਟਕਾ ਕੇ ਧਰਤੀ ਨਾਲ ਮਾਰੋ। ਨੈਕ ਮੋਕੋ ਕੀਜੇ ਨਿਜ ਆਏ ਸੇ ਅਲਾਵਨੋ। ਨਹੀਂ ਪਾਤਸ਼ਾਹ ਤੁਸਾਂ ਨਹੀਂ ਤੇ ਸਤਿਗੁਰੂ ਜੀ ਮੈਨੂੰ ਆਗਿਆ ਕਰੋ, ਮੈਂ ਇਹਨਾਂ ਸਿੱਧਾਂ ਨੂੰ ਭਵਾ ਕੇ ਪੱਥਰ ਨਾਲ ਮਾਰਾਂ। ਇਹ ਭਾਈ ਮਰਦਾਨਾ ਜੀ ਜਦੋਂ ਕਈ ਵਾਰ ਵਿਚਾਰ ਕਰਦਿਆਂ ਇੱਕੋ ਗੱਲ ਨੂੰ ਵਾਰ-ਵਾਰ ਉਹ ਸਾਰੇ ਆਣ ਕੇ ਕਹਿ ਰਹੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਡਲਾਉਣ ਵਾਸਤੇ। ਪਾਤਸ਼ਾਹ ਜੇ ਤੁਸੀਂ ਨਹੀਂ ਤੇ ਮੈਨੂੰ ਆਗਿਆ ਕਰੋ, ਮੈਂ ਭਵਾ ਕੇ ਇਹਨਾਂ ਨੂੰ ਪੱਥਰ ਨਾਲ ਮਾਰਾਂ। ਦੋਹਰਾ ਲੈਨ ਦੇਨ ਇਨ ਕੋ ਨਹੀਂ ਆਵਤ ਰੋਸ ਬੜਾਏ। ਪਾਤਸ਼ਾਹ ਇਹਨਾਂ ਨੂੰ ਲੈਣ ਦੇਣ ਤੇ ਕੁਝ ਹੈ ਨਹੀਂ, ਇਹ ਤਾਂ ਰੋਸ ਬੜਾ ਪ੍ਰਗਟ ਕਰਦਿਆਂ ਹੋਇਆ ਇਹਨਾਂ ਨੇ ਨਾ ਕੁਝ ਇੱਥੇ ਆਪਣੇ ਨਾਲ ਕੋਈ ਵੀ ਇਹਨਾਂ ਨੇ ਸਹੀ ਢੰਗ ਦੇ ਨਾਲ ਵਿਚਾਰ ਨਹੀਂ ਕੀਤੀ। ਪਾਤਸ਼ਾਹ ਲੈਣ ਦੇਣ ਇਨ ਕੋ ਨਹੀਂ, ਆਉਂਦੇ ਹਨ ਬਸ ਰੋਸ ਵਧਾਉਂਦੇ ਹਨ, ਈਰਖਾ ਵਸ ਹੋ ਕੇ ਆਉਂਦੇ ਹਨ। ਇੱਕ ਕੋ ਜਬਈ ਮਾਰੋ ਸਭਈ ਕੋ ਮਤ ਆਏ। ਪਾਤਸ਼ਾਹ ਜਦੋਂ ਤੁਸੀਂ ਇੱਕ ਨੂੰ ਮਾਰੋਗੇ ਬਾਕੀਆਂ ਨੂੰ ਵੀ ਜਾ ਕੇ ਦੱਸੇਗਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਏਦਾਂ ਨਾ ਜਾਇਓ, ਉਹ ਮਾਰਦੇ ਵੀ ਨੇ ਅੱਗੋਂ। ਕਿਉਂਕਿ ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਵੀ ਬਚਨ ਅੰਕਿਤ ਕੀਤੇ ਹਨ ਨਾ। ਸਤਿਗੁਰੂ ਜੀਆਂ ਨੇ ਮੂਰਖ ਤੋਂ ਬਚਣ ਦੇ ਦੋ ਤਰੀਕੇ ਦੱਸੇ। ਸਤਿਗੁਰੂ ਜੀ ਪਹਿਲਾ ਤਰੀਕਾ ਦੱਸਦੇ ਹਨ, ਮੂਰਖ ਹੈ ਨਾਲ ਨਾਲ ਲੂਝੀ ਹੈ। ਭਾਈ ਜੇ ਮੂਰਖ ਹੈ, ਮੂਰਖ ਤੋਂ ਸਾਈਡ ਤੇ ਹੋ ਕੇ ਲੰਘ ਜਾਓ, ਉਹਦੇ ਨਾਲ ਜੂਝੋ, ਉਹ ਆਪਣੇ ਰਸਤੇ ਚਲਾ ਜਾਏ, ਭਾਈ ਤੁਸੀਂ ਆਪਣੇ ਰਸਤੇ ਚਲੇ ਜਾਓ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਦੂਸਰਾ ਰਸਤਾ ਮਾਝ ਕੀ ਵਾਰ ਦੇ ਅੰਦਰ ਇੱਕ ਪਾਵਨ ਪਵਿੱਤਰ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਹਨ। ਕਹਿੰਦੇ ਮੂਰਖ ਗੰਢ ਪਵੈ ਮੋਹ ਮਾਰ। ਕਹਿੰਦੇ ਜੇ ਰਸਤਾ ਨਾ ਵਾਰ-ਵਾਰ ਛੱਡੇ ਸਾਹਮਣੇ ਆਈ ਜਾਏ, ਮਹਾਰਾਜ ਕਹਿੰਦੇ ਭਾਈ ਫਿਰ ਪੁੱਠੇ ਹੱਥ ਦੀ ਛੱਡਣੀ ਪੈਣੀ ਹੈ। ਮੂਰਖ ਗੰਢ ਪਵੈ ਮੋਹ ਮਾਰ। ਪਾਤਸ਼ਾਹ ਹੁਣ ਵਾਰ-ਵਾਰ ਸਾਹਮਣੇ ਆ ਰਹੇ ਨੇ, ਸਤਿਗੁਰੂ ਜਾਂ ਤੁਸੀਂ ਜਾਂ ਫਿਰ ਮੈਨੂੰ ਆਗਿਆ ਕਰੋ, ਮੈਂ ਇਹਨਾਂ ਨੂੰ ਭਵਾ ਕੇ ਪੱਥਰ ਨਾਲ ਮਾਰਾਂ। ਸੋਰਠਾ ਗਰੋ ਗਰਭ ਗੁਆਰ ਗੁਨੇ ਨ ਆਪ ਸਮਾਨ ਕੋ। ਇਹ ਅਹੰਕਾਰ ਦੇ ਵਸ ਹੋਏ ਤੁਰੇ ਆਉਂਦੇ ਹਨ, ਆਪਣੇ ਆਪ ਨੂੰ ਬੜੇ ਭਾਰੇ ਹੰਕਾਰੇ ਸਮਝਦਿਆਂ ਹੋਇਆ। ਦੀਜੈ ਸਕਲ ਬੇਦਾਰ ਬਹੁਰ ਨ ਬੈਨ ਬਖਾਨ ਕੋ। ਸਤਿਗੁਰੂ ਜੀ ਸਾਰਿਆਂ ਨੂੰ ਇਹਨਾਂ ਨੂੰ ਮਤ ਆ ਜਾਏਗੀ, ਫਿਰ ਇਹਨਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਣਾ। ਕਬਿਤ ਸ਼੍ਰੀ ਗੁਰ ਅਲਾਈ ਨੇ ਹਾਥ ਕੀ ਲੜਾਈ। ਪਾਤਸ਼ਾਹ ਜੀ ਫਿਰ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਉੱਤਰ ਦਿੰਦੇ ਨੇ, ਭਾਈ ਮਰਦਾਨਾ ਜੀ ਹੁਣ ਜਿੱਥੇ ਆਪਾਂ ਪਹੁੰਚੇ ਹਾਂ ਨਾ, ਇੱਥੇ ਹੱਥ ਦੀ ਲੜਾਈ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸ਼ਬਦ ਵਰਤਦੇ ਨੇ, ਕਹਿੰਦੇ ਇੱਥੇ ਹੱਥਾਂ ਨਾਲ ਨਹੀਂ ਲੜਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਇਹਾਂ ਬੈਨ ਚਤੁਰਾਈ ਕਰੇ ਬਾਦ ਸਿੱਧੇ ਆਵਈ। ਕਹਿੰਦੇ ਇੱਥੇ ਹੈ ਵਿਚਾਰ ਚਰਚਾ ਦੀ ਲੜਾਈ, ਇੱਥੇ ਹੱਥ ਦੀ ਲੜਾਈ ਨਹੀਂ ਵੀ ਚੁੱਕ ਕੇ ਉਹਨਾਂ ਨੂੰ ਪੱਥਰ ਤੇ ਮਾਰਾਂਗੇ, ਉਹ ਆਪਣੇ ਵੱਲ ਪੱਥਰ ਮਾਰਨਗੇ। ਪਾਤਸ਼ਾਹ ਕਹਿੰਦੇ ਨਹੀਂ, ਇੱਥੇ ਜਿਹੜੀ ਹੁਣ ਵਿਚਾਰ ਦੀ ਲੜਾਈ ਹੈ, ਆਪਾਂ ਉਹਨਾਂ ਨੂੰ ਉਹਨਾਂ ਦੀਆਂ ਵਿਚਾਰਾਂ ਦੇ ਰਾਹੀਂ, ਦਲੀਲਾਂ ਦੇ ਰਾਹੀਂ, ਤਰਕ ਦੇ ਰਾਹੀਂ, ਸਤਿਗੁਰੂ ਜੀ ਕਹਿੰਦੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ।
ਬੋਲਤ ਪਰਸ ਭਾਰੇ ਆਵਾ ਤਬ ਜੋਗੀ ਸੋ। ਇੰਨੇ ਨੂੰ ਗੱਲਬਾਤ ਕਰਦਿਆਂ ਕਰਦਿਆਂ ਕੋਲ ਜੋਗੀ ਆਇਆ। ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵਈ। ਜਿਹੜਾ ਆਇਆ ਹੈ ਹੁਣ ਭੰਗਰਨਾਥ, ਜਿਹੜਾ ਪਹਿਲਾਂ ਚਲਾ ਗਿਆ, ਹੁਣ ਜੋ ਆਇਆ ਹੈ ਉਹਦਾ ਨਾਮ ਕਨੀਫਾ ਜੋਗੀ ਹੈ। ਆਗੇ ਇਹਾਂ ਆਏ ਕਹਿ ਦੋ ਪੂਰਬ ਹੀ ਆਏ ਤੁਮ। ਸਤਿਗੁਰੂ ਜੀ ਨੂੰ ਲੱਗਾ ਕਹਿਣ, ਕਹਿੰਦੇ ਪਹਿਲੀ ਵਾਰ ਹੀ ਆਏ ਹੋ ਕਿ ਪਹਿਲਾਂ ਵੀ ਕਦੇ ਤੁਸੀਂ ਇਹਨਾਂ ਥਾਵਾਂ ਤੇ ਤੁਸੀਂ ਆਏ ਸੋ? ਕੋਨੇ ਥਾਨ ਤੀਕੇ ਅਬ ਚੱਲ ਕਰ ਜਾਵਈ। ਔਰ ਤੁਸੀਂ ਜਾਣਾ ਕਿਹੜੀ ਥਾਂ ਤੱਕ ਹੈ? ਹੁਣ ਤੁਸੀਂ ਇੱਥੋਂ ਤੱਕ ਤਾਂ ਆਏ ਹੋ, ਇਸ ਤੋਂ ਅਗਾ ਤੁਸੀਂ ਕਿੱਥੋਂ ਤੱਕ ਜਾਣਾ ਹੈ? ਖੋਵੋ ਮਾਨ ਜੋ ਕਨੇਰੋ ਕੀਨੋ ਲੀਜੇ ਉਪਦੇਸ਼ ਮੇਰੋ। ਕਨੀਫਾ ਲੱਗਾ ਕਹਿਣ, ਕਹਿੰਦੇ ਤੁਸੀਂ ਮੇਰਾ ਉਪਦੇਸ਼ ਲੈ ਲਵੋ, ਆਪਣੇ ਹਿਰਦੇ ਦਾ ਅਹੰਕਾਰ ਤੁਸੀਂ ਛੱਡ ਦਵੋ। ਇਹ ਵੀ ਸ਼ਬਦ ਆਣ ਕੇ ਕਨੀਫੇ ਜੋਗੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸ਼ਬਦ ਕਹੇ। ਆਗੇ ਹਮ ਆਏ ਤੋ ਗੈਲ ਅਬ ਜਾਏ। ਸਤਿਗੁਰੂ ਜੀ ਕਹਿੰਦੇ ਭਾਈ ਜੇ ਅਸੀਂ ਇੱਥੋਂ ਤੱਕ ਆਏ ਹਾਂ, ਅਗਾਂ ਵੀ ਅਸੀਂ ਜਾਵਾਂਗੇ। ਹੁਣ ਇੱਥੋਂ ਤੱਕ ਤਾਂ ਅਸੀਂ ਪਹੁੰਚੇ ਹਾਂ, ਇਸ ਤੋਂ ਅੱਗੇ ਵੀ ਜਾਵਾਂਗੇ। ਦੇਖੇ ਬਿਨਾ ਸੁਨੇ ਕਹੇ ਕਉ ਐਸੇ ਚੱਲ ਜਾਤੇ। ਔਰ ਕਹਿੰਦੇ ਜੇ ਇੱਥੋਂ ਤੱਕ ਅਸੀਂ ਪਹੁੰਚ ਹੀ ਗਏ ਹਾਂ, ਪਾਤਸ਼ਾਹ ਕਨੀਫੇ ਨੂੰ ਲੱਗੇ ਕਹਿਣ, ਕਹਿੰਦੇ ਉਸ ਤੋਂ ਅਗਾਂ ਹੁਣ ਵਾਪਸ ਕਿਵੇਂ ਪਰਤ ਜਾਈਏ? ਭਾਈ ਅਸਾਂ ਵੀ ਅੱਗੇ ਅਸੀਂ ਵੀ ਜਾਵਾਂਗੇ। ਨਾਨਕ ਹੈ ਨਾਮ ਉਪਦੇਸ਼ ਤੋਂ ਮਹਾਨ ਜਿਉ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੱਗੇ ਕਹਿਣ, ਮੇਰਾ ਨਾਮ ਨਾਨਕ ਹੈ ਔਰ ਤੇਰਾ ਜੋ ਹਨੇਰਾ ਅਹੰਕਾਰ ਅਸੀਂ ਗਿਆਨ ਦੇ ਰਾਹੀਂ ਦੂਰ ਕਰਾਂਗੇ। ਸੋ ਕਹੋ ਆਨ ਕਰ ਐਸੋ ਬਰ ਰਾਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਲੱਗੇ ਕਹਿਣ, ਕਹਿੰਦੇ ਤੂੰ ਏਦਾਂ ਹੀ ਕਿਉਂ ਬੜਬੜਾਉਂਦਾ ਹੈ? ਜੇ ਕੋਈ ਗੱਲ ਹੈ ਸਹੀ ਤਰੀਕੇ ਨਾਲ ਤੂੰ ਗੱਲ ਕਰ, ਤੂੰ ਇਸੇ ਤਰ੍ਹਾਂ ਐਵੇਂ ਨਾ ਤੂੰ ਬੁੜਬੜਾ। ਦੇਖ ਬੇ ਨਿਰੰਜਨ ਕੀ ਚਾਹ ਔਰ ਲਾਗੀ ਮੋਕੋ। ਪਾਤਸ਼ਾਹ ਜੀ ਲੱਗੇ ਕਹਿਣ, ਕਹਿੰਦੇ ਉਸ ਨਿਰੰਜਨ ਨਿਰੰਕਾਰ ਦੇ ਦੇਸ਼ ਉਹਦੇ ਦੀਦਾਰ ਦੀ ਚਾਹਨਾ ਹੈ। ਤਾਹੀ ਕੇ ਤਖਤ ਬਿਨ ਮਨ ਨਾ ਠਹਿਰਾਤੈ। ਉਹਦੇ ਦੀਦਾਰ ਤੋਂ ਬਿਨਾ, ਉਹਦੇ ਤਖਤ ਤੋਂ ਬਿਨਾ ਮਨ ਨਹੀਂ ਠਹਿਰਦਾ। ਕੈਸੇ ਮਤ ਤੋਏ ਕਹਿ ਦੀਜੇ ਸਭ ਪਾਸ ਮੋਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਨੀਫੇ ਨੂੰ ਵੀ ਲੱਗੇ ਕਹਿਣ, ਕਹਿੰਦੇ ਜੋ ਤੇਰਾ ਮਤ ਹੈ, ਜੋ ਤੇਰੇ ਕੋਲ ਗੱਲਬਾਤ ਹੈ, ਤੂੰ ਵੀ ਕਹਿਣੀ ਕਰ। ਸੁਨ ਕੇ ਕਨੀਫਾ ਤਬ ਬਚਨ ਕਹਾਤੈ। ਸਤਿਗੁਰੂ ਜੀਆਂ ਦੇ ਬੋਲ ਸੁਣ ਕੇ ਜਦੋਂ ਮਹਾਰਾਜ ਜੀਆਂ ਨੇ ਕਿਹਾ ਕਨੀਫੇ ਨੂੰ, ਬਈ ਜੋ ਤੇਰੇ ਕੋਲ ਮਤ ਹੈ ਤੂੰ ਆਪਣੀ ਮਤ ਇੱਥੇ ਸਾਨੂੰ ਦੱਸਣੀ ਕਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬੋਲ ਸੁਣ ਕੇ ਕਨੀਫਾ ਜੋਗੀ ਲੱਗਾ ਕਹਿਣ, ਕਾਨ ਕੋ ਛਿਦਾਵੋ ਮੁੰਦਰਾ ਫਟਕ ਬਣਾਵੋਰ। ਕਹਿੰਦੇ ਤੁਸੀਂ ਕੰਮ ਕਰੋ, ਕੰਨਾਂ ਨੂੰ ਤੁਸੀਂ ਛਿਦਵਾ ਲਓ ਔਰ ਇਹਨਾਂ ਕੰਨਾਂ ਦੇ ਵਿੱਚ ਤੁਸੀਂ ਸਾਡੀਆਂ ਮੁੰਦਰਾਂ ਤੁਸੀਂ ਪਹਿਨਣੀਆਂ ਕਰੋ। ਖਿੰਤਾਗਾਰ ਪਾਵੋ ਜੋਗ ਰੀਤ ਸਭ ਲੀਜੀਏ। ਔਰ ਗਲ ਦੇ ਅੰਦਰ ਤੁਸੀਂ ਗੋਦੜੀ ਤੁਸੀਂ ਪਾ ਲਵੋ, ਜਿਹੜੀ ਜੋਗ ਦੀ ਰੀਤ ਹੈ ਤੁਸੀਂ ਇਹਨੂੰ ਧਾਰਨ ਕਰ ਲਵੋ। ਸਿੱਧਨ ਮੈਂ ਆਈਏ ਨਿਜ ਮਤ ਦੂਰ ਕਈਏ। ਸਿੱਧਾਂ ਦੀ ਮਤ ਵਿੱਚ ਤੁਸੀਂ ਆਓ ਤੇ ਆਪਣਾ ਅਹੰਕਾਰ ਜਿਹੜਾ ਤੁਹਾਡੇ ਕੋਲ ਹੈ ਤੁਸੀਂ ਇਹਨੂੰ ਛੱਡ ਦਵੋ। ਸਿੱਧਨ ਮੈਂ ਆਈਏ ਨਿਜ ਮਤ ਦੂਰ ਕਈਏ। ਇਹ ਕਨੀਫਾ ਪਾਤਸ਼ਾਹ ਜੀ ਨੂੰ ਕਹਿ ਰਿਹਾ ਵੀ ਸਿੱਧਾਂ ਵਾਲੇ ਧਰਮ ਵਿੱਚ, ਸਾਡੇ ਧਰਮ ਵਿੱਚ ਆਓ ਤੇ ਆਪਣਾ ਜਿਹੜਾ ਤੁਹਾਡਾ ਮਤ ਹੈ ਇਹਨੂੰ ਛੱਡ ਦੇਵੋ। ਭੀਖ ਮੰਗ ਮੰਗ ਖਾਈਏ ਧਨ ਪਸਮ ਲਗਈਏ ਜੇ। ਕਹਿੰਦੇ ਤੁਸੀਂ ਫਿਰ ਕਨਾਲ ਇਹ ਵੀ ਹੈ ਵੀ ਕਿਉਂਕਿ ਰੋਟੀ ਪਾਣੀ ਤਾਂ ਮੰਗਣ ਵਾਸਤੇ ਘਰ ਘਰ ਦਰ ਦਰ ਮੰਗਣਾ ਪੈਣਾ ਹੈ। ਪਿੰਡੇ ਤੇ ਤੁਸੀਂ ਸਵਾਹ ਭਸਮ ਮਲ ਲਵੋ ਔਰ ਘਰ ਘਰ ਦੇ ਟੁੱਕਰ ਮੰਗ ਕੇ ਖਾਵੋ। ਜਰਾ ਦੁੱਖ ਜਾਏ ਪੋਹੇ ਕਾਲ ਨਹਿ ਆਏ ਤੋਏ। ਨਾ ਕਹਿੰਦੇ ਤੁਹਾਨੂੰ ਵਡੇਪੇ ਦਾ, ਨਾ ਤੁਹਾਡੇ ਪਿੰਡੇ ਤੇ ਕੋਈ ਕਾਲ ਦਾ ਜ਼ੋਰ ਪਏਗਾ। ਨਾਮ ਪ੍ਰਗਟਾਏ ਜਗ ਐਸੀ ਬਿਦ ਕੀਜੀਏ। ਜਗਤ ਦੇ ਵਿੱਚ ਨਾਮ ਪ੍ਰਗਟ ਕਰੋ ਤੁਸੀਂ ਐਸੀ ਵਿਧੀ ਦੇ ਨਾਲ। ਜੀਏ ਮੈਂ ਵਿਚਾਰ ਕਰ ਲੀਜੇ ਮਤ ਧਾਰ ਬਰ। ਕਨੀਫਾ ਪਾਤਸ਼ਾਹ ਜੀ ਨੂੰ ਡਰਾ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਨਾ ਕਨੀਫਾ ਵਾਰ-ਵਾਰ ਡਰਾ ਕੇ ਲੱਗਾ ਕਹਿਣ, ਕਹਿੰਦੇ ਜੀ ਚ ਵਿਚਾਰ ਕਰ ਲਓ। ਜੀ ਮੈਂ ਵਿਚਾਰ ਕਰ ਲੀਜੇ ਮਤ ਧਾਰ ਬਰ। ਸਾਡੀ ਤੁਸੀਂ ਇਹ ਮਤ ਧਾਰਨ ਕਰ ਲਵੋ। ਹੋਏ ਕੈ ਅਮਰ ਜਸ ਸੁਦਾ ਕਿਉਂ ਨਾ ਪੀਜੀਏ। ਤੁਸੀਂ ਇਹ ਸੁਦਾ ਅੰਮ੍ਰਿਤ ਪੀਵੋ, ਤੁਸੀਂ ਅਮਰ ਹੋ ਜਾਓਗੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਹੁਣ ਕਨੀਫੇ ਨੇ ਵੀ ਆਣ ਕੇ ਗੱਲ ਦੁਹਰਾਈ। ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ। ਮਹਾਰਾਜ ਹੁਣ ਆਪਣੀਆਂ ਜਿਹੜੀਆਂ ਪਾਤਸ਼ਾਹ ਜੀਆਂ ਦੇ ਕੋਲ ਮੁੰਦਰਾਂ ਹਨ ਸਤਿਗੁਰੂ ਉਹ ਪਏ ਲੱਗੇ ਦੱਸਣ, ਭਾਈ ਅਸੀਂ ਮੋਹ ਮਾਨ ਨੂੰ ਚੀਰ ਕਰਕੇ ਉਹਨਾਂ ਵਿੱਚ ਗਿਆਨ ਦੀਆਂ ਜਿਹੜੀਆਂ ਮੁੰਦਰਾਂ ਅਸੀਂ ਪਹਿਨੀਆਂ ਹੋਈਆਂ ਹਨ, ਗਰੀਬੀ ਦੀਆਂ ਅਸੀਂ ਮੁੰਦਰਾਂ ਪਹਿਨੀਆਂ ਹੋਈਆਂ ਹਨ। ਧਿਆਨ ਕੀ ਸਰੀਰ ਖਿੰਤਾ ਸਦਾ ਜੋ ਅਨਾਸ਼ ਹੈ। ਔਰ ਰਹੀ ਗੱਲ ਜਿਹੜੀ ਤੁਸੀਂ ਮੈਨੂੰ ਗੋਦੜੀ ਦੀ ਗੱਲ ਖਿੰਥਾ ਦੀ ਗੱਲ ਪਏ ਕਹਿੰਦੇ ਹੋ, ਪਾਤਸ਼ਾਹ ਕਹਿੰਦੇ ਧਿਆਨ ਦੀ ਅਸਾਂ ਨੇ ਖਿੰਥਾ ਗੋਦੜੀ ਪਹਿਨੀ ਹੋਈ ਹੈ, ਜਿਹੜੀ ਸਦਾ ਹੀ ਅਨਾਸ਼ ਹੈ, ਭਾਵ ਨਾਸ਼ ਤੋਂ ਰਹਿਤ ਹੈ। ਭਸਮ ਸੰਤੋਖ ਭੀਖ ਲੀਨੀ ਸੁਨ ਮੰਡਲ ਕੀ। ਔਰ ਜਿਹੜੀ ਤੁਸੀਂ ਕਹਿੰਦੇ ਹੋ ਪਿੰਡੇ ਤੇ ਸਵਾਹ ਮਲਣੀ, ਮਹਾਰਾਜ ਕਹਿੰਦੇ ਅਸੀਂ ਸਵਾਹ ਮਲੀ ਹੈ। ਮਹਾਰਾਜ ਕਹਿੰਦੇ ਉਹਨਾਂ ਪੁੱਛਿਆ ਕਿਹੜੀ? ਮਹਾਰਾਜ ਕਹਿੰਦੇ ਸੰਤੋਖ ਦੀ ਸਵਾਹ ਮਲੀ ਹੋਈ ਹੈ ਪਿੰਡੇ ਦੇ ਉੱਪਰ। ਔਰ ਅਸੀਂ ਸੁਨ ਮੰਡਲ ਦੀ ਅਸੀਂ ਭਿਖਿਆ ਲਈ ਹੋਈ ਹੈ। ਨਾਮ ਲੇਵ ਲਾਗੀ ਜਾਮੈ ਦੇਖਿਓ ਸੁਖ ਰਾਸ ਹੈ। ਔਰ ਸਾਡੀ ਨਾਮ ਦੇ ਵਿੱਚ ਲਿਵ ਲੱਗੀ ਹੋਈ ਹੈ, ਜਿਹਦੇ ਵਿੱਚ ਸਾਰੇ ਸੁਖ ਹੀ ਸੁਖ ਹਨ, ਜਿਹਦੇ ਨਾਲ ਲਿਵ ਲੱਗਣ ਦੇ ਨਾਲ ਕਦੇ ਵੀ ਭਾਵ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਆਣ ਕੇ ਪਾਉਂਦਾ। ਕਾਲ ਹੈ ਪਲਾਇਓ ਗੁਰ ਸ਼ਬਦ ਕਮਾਇਓ। ਕਹਿੰਦੇ ਕਾਲ ਇਹਦੇ ਨਾਲ ਦੂਰ ਹੋ ਗਿਆ ਹੈ। ਕਾਲ ਹੈ ਪਲਾਇਓ ਗੁਰ ਸ਼ਬਦ ਕਮਾਇਓ, ਗੁਰੂ ਸ਼ਬਦ ਨੂੰ ਕਮਾਇਆ ਹੈ। ਸਭ ਜਰਾਇਓ ਮਿਟਾਇਓ ਹਰ ਰੂਪ ਮੈਂ ਨਿਵਾਸ ਹੈ। ਔਰ ਹਰੀ ਰੂਪ ਦੇ ਅੰਦਰ ਸਾਡਾ ਵਾਸਾ ਹੋਇਆ, ਜਿਹਦੇ ਨਾਲ ਉਸ ਥਾਂ ਤੇ ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਘ ਨਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪਰਗਾਸ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਮਤ ਵਿੱਚ ਆਓ, ਮੁੰਦਰਾ ਪਹਿਨਣ ਵਾਸਤੇ ਦਵਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀਆਂ ਮੁੰਦਰਾਂ, ਆਪਣੀ ਖਿੰਥਾ ਗੋਦੜੀ ਸਤਿਗੁਰੂ ਜੀ ਉਹ ਪਏ ਦੱਸਦੇ ਹਨ। ਕਹਿੰਦੇ ਜਿੱਥੇ ਸਾਡੀ ਲਿਵ ਲੱਗੀ ਹੈ ਨਾ ਸੁਨ ਮੰਡਲ ਵਿੱਚ, ਉੱਥੋਂ ਅਸੀਂ ਰੋਜ਼ ਪਾਤਸ਼ਾਹ ਦੇ ਦਰ ਤੋਂ ਭਿਖਿਆ ਮੰਗਦੇ ਹਾਂ। ਸੁਨ ਮੰਡਲ ਤੋਂ ਕੰਨਾਂ ਵਿੱਚ ਸਾਡੇ ਮੁੰਦਰਾਂ ਹਨ, ਗਰੀਬੀ ਦੀਆਂ ਸਾਡੇ ਕੋਲ ਮੁੰਦਰਾਂ ਹਨ। ਸੰਤੋਖ ਦੀ ਪਿੰਡੇ ਦੇ ਉੱਪਰ ਮਹਾਰਾਜ ਕਹਿੰਦੇ ਸੀ ਭਸਮ ਮਲੀ ਹੋਈ ਹੈ, ਔਰ ਜਿਹਦੇ ਨਾਲ ਇਸ ਥਾਂ ਤੇ ਕੋਈ ਵੀ ਜਰਾ ਭਾਵ ਦੁੱਖ ਆਦ ਨਹੀਂ ਪਾਉਂਦਾ। ਸ਼੍ਰੀ ਗੁਰ ਉਚਾਰੀ ਸੋਨੋ ਸਿੱਧ ਦੰਭ ਧਾਰੀ। ਪਾਤਸ਼ਾਹ ਜੀ ਕਹਿੰਦੇ ਹੇ ਪਖੰਡ ਧਾਰੀ ਸਿੱਧ ਸਾਡੀ ਗੱਲ ਸੁਣੋ। ਭਾਰੀ ਜਾਨੀਏ ਕਮਾਇਓ ਜੋਗ ਐਸੋ ਹਮ ਪਾਸ ਹੈ। ਤੂੰ ਸਾਡੀ ਇਹ ਗੱਲ ਸੁਣ, ਜਿਹੜਾ ਅਸਾਂ ਨੇ ਜੋਗ ਕਮਾਇਆ ਹੈ। ਦੰਭ ਧਾਰੀ ਭਾਰੀ ਜਾਨੀਏ ਕਮਾਇਓ ਜੋਗ ਐਸੋ ਹਮ ਪਾਸ ਹੈ। ਸਾਡੇ ਕੋਲ ਅਜਿਹਾ ਜੋਗ ਅਸਾਂ ਨੇ ਕਮਾਇਆ ਹੈ। ਸਵਈਆ ਯੋ ਸੁਨ ਕੈਸੋ ਜਾਤ ਪਇਓ, ਔਰ बीच ਵਿਚਾਰ ਕੈ ਪੂਰਨ ਜਾਨਾ। ਹੁਣ ਜਿਹੜਾ ਇਹ ਸਿੱਧ ਆਇਆ ਹੈ ਸਾਧ ਸੰਗਤ ਜੀ, ਇਹਦਾ ਨਾਮ ਹੈ ਕਨੀਫਾ। ਕਨੀਫੇ ਨੇ ਸਾਰੀ ਗੱਲਬਾਤ ਪਾਤਸ਼ਾਹ ਕੋਲੋਂ ਸੁਣੀ, ਸੁਣ ਕਰਕੇ ਲੱਗਾ ਕਹਿਣ, ਕਹਿੰਦੇ ਇਹ ਆਮ ਕੋਈ ਮਨੁੱਖ ਨਹੀਂ, ਕੋਈ ਆਮ ਦੇਹਧਾਰੀ ਇਸ ਥਾਂ ਤੇ ਨਹੀਂ ਆਇਆ, ਇਹ ਤਾਂ ਕੋਈ ਪੂਰਨ ਆਏ ਹਨ। ਕਿਉਂਕਿ ਜਾ ਕੇ ਪਹਿਲਾਂ ਲੋਹਾ ਰੀਪਾ ਨੇ ਵੀ ਦੱਸ ਦਿੱਤਾ ਸੀ, ਇਸ ਤੋਂ ਪਹਿਲਾਂ ਭੰਗਰਨਾਥ ਆਇਆ, ਕਨੀਫੇ ਤੋਂ ਪਹਿਲਾਂ ਉਹਨੇ ਵੀ ਦੱਸ ਦਿੱਤਾ, ਪਰ ਇਹਨੇ ਅਹੰਕਾਰ ਵਸ ਕਿਹਾ ਸੀ, ਕਹਿੰਦੇ ਨਹੀਂ ਮੈਂ ਜਾਵਾਂਗਾ ਜ਼ਰੂਰ। ਇਹਨੇ ਗੱਲ ਸੁਣ ਕੇ ਹੁਣ ਮਨ ਵਿੱਚ ਵਿਚਾਰ ਕੀਤੀ, ਕਹਿੰਦੇ ਕੋਈ ਪੂਰਨ ਆਇਆ ਹੈ। ਸ਼ੇਖਰ ਮੇਰੇ ਚਲੋ ਗੁਰ ਜੀ, ਕਰ ਬੰਦ ਕਾਏ ਤਬ ਹੀ ਮਰਦਾਨਾ। ਭਾਈ ਮਰਦਾਨਾ ਜੀ ਜਦੋਂ ਗੱਲਬਾਤ ਹੋਈ, ਭਾਈ ਮਰਦਾਨਾ ਜੀ ਪਾਤਸ਼ਾਹ ਜੀ ਨੂੰ ਲੱਗੇ ਕਹਿਣ, ਪਾਤਸ਼ਾਹ ਚਲੋ ਚੱਲੀਏ ਹੁਣ ਅਗਾਂਹ ਨੂੰ। ਇੱਥੇ ਇਹ ਤਾਂ ਵਾਰ-ਵਾਰ ਜਾਪਦਾ, ਕਈ ਇੱਥੋਂ ਤੱਕ ਆਉਣਗੇ ਆਪਣੇ ਰਸਤੇ ਵਿੱਚ ਰੋਕਣ ਵਾਸਤੇ। ਪਾਤਸ਼ਾਹ ਆਓ ਆਪਾਂ ਇਸ ਤੋਂ ਅਗਾਂਹ ਨੂੰ ਚੱਲੀਏ। ਸ਼੍ਰੀ ਪ੍ਰਭ ਬੈਨ ਪਨੇ ਤੈ ਸੋ, ਗਮਨੇ ਮੰਦ ਮੰਦ ਪੀਖੇ ਸੁਖ ਥਾਨਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਮਰਦਾਨਾ ਜੀ। ਸਤਿਗੁਰੂ ਜੀਆਂ ਦੇ ਨਾਲ ਭਾਈ ਮਰਦਾਨਾ ਜੀ ਹੌਲੀ ਹੌਲੀ ਬੜੇ
ਸਹਿਜਤਾ ਦੇ ਨਾਲ ਪਾਤਸ਼ਾਹਾਂ ਨੂੰ ਚੱਲਦੇ ਹਨ। ਸਿੱਧਨ ਕੋ ਆਵਲੋਕੋ ਕੋਤਕ ਆਵਤ ਹੈ ਜਿਨ ਕੇ ਬੋ ਮਾਨਾ। ਸਿੱਧ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੌਤਕ ਵੇਖ ਕੇ ਹੈਰਾਨ ਵੀ ਹੋ ਰਹੇ ਨੇ, ਵੇਖ ਵੀ ਰਹੇ ਨੇ ਸਾਰੀ ਗੱਲਬਾਤ ਪਾਤਸ਼ਾਹ ਜੀਆਂ ਦੀ ਜਿਹੜੀ ਜਿਵੇਂ ਜਿਵੇਂ ਵਾਪਰ ਰਹੀ ਹੈ ਇਹਨਾਂ ਦੇ ਚੇਲਿਆਂ ਦੇ ਨਾਲ, ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਬੜਾ ਅਹੰਕਾਰ ਸੀ। ਕਬਿਤ ਆਇਓ ਐ ਹਨੀਫਾ ਅਵਲੋਕਤ ਹੀ ਬੋਲਿਓ ਬੈਨ। ਆਇਆ ਦੂਰੋਂ, ਹੁਣ ਵਾਰੀ ਆਈ ਪਹਿਲਾਂ ਕਨੀਫਾ ਹੁਣ ਹਨੀਫਾ ਆਇਆ, ਔਰ ਆਣ ਕੇ ਸਤਿਗੁਰੂ ਜੀਆਂ ਨੂੰ ਬਚਨ ਕਹਿਣ ਲੱਗਾ। ਬਾਲੇ ਹੈ ਆਦੇਸ਼ ਸੁਨ ਸ਼੍ਰੀ ਗੁਰ ਪੰਤੈ। ਆਉਂਦਿਆਂ ਮਹਾਰਾਜ ਜੀਆਂ ਨੂੰ ਕਹਿੰਦਾ ਜੀ ਆਦੇਸ਼। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਦੋਂ ਉਸ ਵਕਤ ਮਿਲੇ ਜਿਵੇਂ ਹੁਣ ਪਰਸਪਰ ਗੁਰਫਤਿਹ ਨਾਲ ਆਪਾਂ ਸਾਝ ਪਾਉਂਦੇ ਆ, ਸਤਿਗੁਰੂ ਜੀਆਂ ਨੂੰ ਮਿਲਣ ਲੱਗਿਆ ਹਨੀਫੇ ਨੇ ਆਉਂਦਿਆਂ ਬਾਲਕਾ ਆਦੇਸ਼। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੋਂ ਲੱਗੇ ਕਹਿਣ, ਕਹਿੰਦੇ ਉਸ ਏਕੰਕਾਰ ਨੂੰ ਸदैव ਆਦੇਸ਼ ਹੈ, ਉਸ ਏਕੰਕਾਰ ਨੂੰ ਸਦੀਵੀ ਨਮਸਕਾਰ ਹੈ। ਆਦੇਸ਼ ਏਕੰਕਾਰ ਕੋ ਹਨੀਫਾ ਆਓ ਬੈਸ। ਮਹਾਰਾਜ ਕਹਿੰਦੇ ਉਸ ਏਕੰਕਾਰ ਨੂੰ ਸਦਾ ਹੀ ਆਦੇਸ਼ ਆਓ। ਮਹਾਰਾਜ ਕਹਿੰਦੇ ਹਨੀਫਾ ਆਓ, ਇੱਥੇ ਬੈਠ ਜਾਓ। ਬਿਸ ਮਾਧਿਓ ਸੁਨ ਸੋ ਗਟੀ ਮਨ ਮੈਂ ਗਿਨਤ ਐ। ਕਹਿੰਦੇ ਜਦੋਂ ਪਾਤਸ਼ਾਹ ਦੇ ਮੂੰਹੋਂ ਇਹਨੇ ਆਪਣਾ ਨਾਮ ਸੁਣ ਲਿਆ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾਂ ਹੀ ਇਹਨੂੰ ਮਿਲਦਿਆਂ ਸਾਰ ਪਾਤਸ਼ਾਹ ਕਹਿੰਦੇ ਆਓ ਹਨੀਫਾ ਬੈਠ ਜਾਓ। ਬੜਾ ਮਨ ਦੇ ਅੰਦਰ ਸੋਚਣ ਲੱਗਾ ਵੀ ਪਾਤਸ਼ਾਹ ਜੀਆਂ ਨੇ ਮੇਰਾ ਨਾਮ ਲਿਆ ਹੈ। ਬੂਜਤ ਪਾ ਪੂਰਬ ਹੀ ਮੇਲ ਮੇਰੋ ਤੇਰੋ ਪਇਓ। ਲੱਗਾ ਕਹਿਣ, ਕਹਿੰਦੇ ਜੀ ਆਪਣਾ ਮੇਲ ਤਾਂ ਪਹਿਲੀ ਵਾਰ ਹੀ ਹੋਇਆ ਹੈ, ਤੁਹਾਡਾ ਤੇ ਮੇਰਾ ਮੇਲ ਪਹਿਲੀ ਵਾਰ ਹੋਇਆ ਹੈ। ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਨਤ ਹੈ। ਤੁਸੀਂ ਕਹਿੰਦੇ ਮੇਰਾ ਨਾਮ ਹਨੀਫਾ, ਪਹਿਲਾਂ ਕਿਵੇਂ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਮੇਰਾ ਨਾਮ ਇਹ ਹੈ? ਤੁਹਾਨੂੰ ਕਿਵੇਂ ਪਤਾ ਹੈ ਮੇਰੇ ਨਾਮ ਦਾ? ਕਾਹੂ ਨੇ ਬਤਾਇਓ ਕਿਦੋਂ ਤੀਨ ਕਾਲ ਗਿਆਤਾ ਤੁਮੇ। ਜਾਂ ਤਾਂ ਤੁਹਾਨੂੰ ਕਿਸੇ ਨੇ ਦੱਸਿਆ ਹੈ ਮੇਰਾ ਨਾਮ ਵੀ ਇਦਾਂ ਦਾ ਕੋਈ ਹੁਲੀਏ ਵਾਲਾ ਵੀ ਇਸੇ ਦਿਨਾਂ ਵਿੱਚ ਹੋਵੇਗਾ, ਜਾਂ ਤਾਂ ਮੇਰਾ ਨਾਮ ਕਿਸੇ ਨੇ ਦੱਸਿਆ ਹੈ, ਤੇ ਜਾਂ ਫਿਰ ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਹੋ। ਭਇਓ ਹੈ ਸੰਦੇਹ ਮੇਰੇ ਕਹਿਓ ਸੋ ਬਨਤ ਹੈ। ਪਾਤਸ਼ਾਹ ਮੇਰੇ ਹਿਰਦੇ ਅੰਦਰ ਸਨੇਹ ਹੈ, ਪਹਿਲਾਂ ਤੁਸੀਂ ਮੇਰਾ ਇਹ ਸਨੇਹ ਦੂਰ ਕਰੋ। ਦੋਹਰਾ ਸ਼੍ਰੀ ਗੁਰ ਬੋਲੇ ਬਚਨ ਪੁਨ ਸੁਨੋ ਆਪਣੀ ਬਾਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦੇ ਨਾਲ ਗੱਲ ਕਰਦਿਆਂ ਕਰਦਿਆਂ ਪਾਤਸ਼ਾਹ ਲੱਗੇ ਕਹਿਣ, ਕਹਿੰਦੇ ਹਨੀਫਾ ਹੁਣ ਮੇਰੀ ਗੱਲ ਸੁਣ ਧਿਆਨ ਨਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾ ਜਦੋਂ ਗੱਲਬਾਤ ਕੀਤੀ, ਕਿਉਂਕਿ ਜਦੋਂ ਆਪ ਸਾਧ ਸੰਗਤ ਨੇ ਜਦੋਂ ਆਰੰਭਤਾ ਤੇ ਆਪਾਂ ਜਦੋਂ ਇਹ ਅਧਿਆਏ ਪ੍ਰਾਰੰਭ ਕੀਤਾ ਸੀ, ਕਵੀ ਜੀਆਂ ਨੇ ਮੰਗਲ ਕੀਤਾ ਪਰਮਾਤਮਾ ਦੇ ਚਰਨ ਕਮਲਾਂ ਪਾਸ। ਮੰਗਲ ਕਰਦਿਆਂ ਪਾਤਸ਼ਾਹ ਜੀਆਂ ਦੇ ਬਾਬਤ ਲਿਖਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚੜੇ ਨੇ ਦਿਗ ਵਿਜੈ ਜਗਤ ਨੂੰ ਜਿੱਤਣ ਵਾਸਤੇ। ਪਾਤਸ਼ਾਹ ਦੇ ਕੋਲ ਆ ਫਲਾਣੀ ਫਲਾਣੀ ਫੌਜ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੇਖ ਨਿਮਰਤਾ ਵਾਲਾ ਕੀਤਾ ਹੋਇਆ ਹੈ। ਸਤਿਗੁਰੂ ਜੀਆਂ ਦੇ ਪਿੰਡੇ ਦੇ ਉੱਪਰ ਇਹ ਸੰਜੋ ਪਹਿਨੀ ਹੋਈ ਹੈ। ਗਿਆਨ ਦੀ ਪਾਤਸ਼ਾਹ ਦੇ ਕੋਲ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਹੱਥ ਦੇ ਅੰਦਰ ਤਲਵਾਰ ਹੈ। ਢਾਲ ਹੈ ਪਾਤਸ਼ਾਹ ਜੀਆਂ ਦੇ ਕੋਲ, ਦਲੀਲਾਂ ਦੀ ਢਾਲ ਹੈ ਜਿਹਦੇ ਨਾਲ ਜਿੱਤਣ ਵਾਸਤੇ ਚੜੇ ਨੇ। ਜਦੋਂ ਹੁਣ ਹਨੀਫਾ ਆਇਆ, ਪਾਤਸ਼ਾਹ ਕਹਿੰਦੇ ਤੂੰ ਹੁਣ ਪਹਿਲਾਂ ਆਪਣੀ ਗੱਲ ਸੁਣ। ਕੰਕ ਕਰਨ ਤਵ ਪਿਤਾ ਕੋ ਨਾਮ ਹੋ ਤੋ ਬਖਿਆਤ। ਪਾਤਸ਼ਾਹ ਕਹਿੰਦੇ ਤੇਰੇ ਪਿਤਾ ਦਾ ਨਾਮ ਕੰਕ ਕਰਨ ਹੈ। ਤੇਰੇ ਪਿਤਾ ਦਾ ਨਾਮ ਜੋ ਹੈ ਕੰਕ ਕਰਨ, ਤੇਰੇ ਪਿਤਾ ਦਾ ਨਾਮ ਸੀ। ਨਗਰ ਸੀਲਪੁਰ ਕੇ ਬਿਖੈ ਕਰਤੇ ਰਾਜ ਵਿਸਾਲ। ਔਰ ਤੁਹਾਡਾ ਜਿਹੜਾ ਰਾਜ ਸੀ, ਇਹ ਤੁਹਾਡਾ ਰਾਜ ਸੀਲਪੁਰ, ਤੁਹਾਡਾ ਬਹੁਤ ਵੱਡਾ ਇੱਕ ਰਾਜ ਸੀ, ਇੱਕ ਥਾਂ ਤੇ ਤੁਸੀਂ ਰਾਜ ਕਰਦੇ ਸੋ। ਬੀਤੀ ਓਦ ਤਵ ਪਿਤਾ ਕੀ ਪਰਿਓ ਕਾਲ ਕੇ ਜਾਲ। ਔਰ ਜਦੋਂ ਤੁਹਾਡੇ ਪਿਤਾ ਦੀ ਆਰਬਲਾ ਪੂਰੀ ਹੋਈ, ਉਹ
ਚੜ੍ਹਾਈ ਕਰ ਗਏ ਉਪਾਵ, ਮੌਤ ਨੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਕਬਿਤ ਬਰਖ ਸਪਤ 10 ਬੈਸ ਹੋਤੀ ਤੇਰੀ ਤਬ। ਉਸ ਵਕਤ ਮਹਾਰਾਜ ਕਹਿੰਦੇ ਪਹਿਲੀ ਵਾਰ ਮਿਲੇ ਹਨੀਫਾ ਨੂੰ, ਮਹਾਰਾਜ ਕਹਿੰਦੇ ਤੇਰੀ ਜਿਹੜੀ ਉਮਰ ਸੀ ਉਸ ਵਕਤ 17 ਸਾਲ ਦੀ ਤੇਰੀ ਉਮਰ ਸੀ। ਜਦੋਂ ਤੇਰੇ ਪਿਤਾ ਦੀ ਚੜ੍ਹਾਈ ਕੀਤੀ, ਜਦੋਂ ਤੇਰੇ ਪਿਤਾ ਦੀ ਮੌਤ ਹੋਈ, ਉਦੋਂ 17 ਵਰਿਆਂ ਦਾ ਸੈਂ। ਤਾਂ ਕਿ ਪਾਛੇ ਦੇਸ਼ ਰਾਜ ਕੋਸ਼ ਸਭ ਲਿਓ ਐ। ਫਿਰ ਤੂੰ ਉਹਨਾਂ ਤੋਂ ਬਾਅਦ ਤੂੰ ਉਹਨਾਂ ਦੀ ਥਾਂ ਗੱਦੀ ਤੇ ਬੈਠਾ। ਇੱਕ ਦਿਨ ਮਾਏ ਤੈ ਆਰੂੜ ਭਇਓ ਬਾਜ ਪਰ। ਇੱਕ ਦਿਨ ਤੂੰ ਇੱਕ ਘੋੜੇ ਉੱਪਰ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਮਨ ਕੇ ਹੋਲਾਸ ਸੋ ਅਖੇਰ ਬਿਰਤ ਗਇਓ ਐ। ਮਨ ਦੇ ਚਾਅ ਦੇ ਨਾਲ ਤੂੰ ਸ਼ਿਕਾਰ ਖੇਡਣ ਵਾਸਤੇ ਤੁਰਿਆ ਹਨੀਫਾ। ਬਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਰ। ਉਸ ਜੰਗਲ ਦੇ ਅੰਦਰ ਤੂੰ ਵਿਚਰਦਿਆਂ ਹੋਇਆਂ ਜਿਹੜੇ ਉਸ ਥਾਂ ਤੇ ਜੰਗਲ ਵਿੱਚ ਜੀਵ ਜੰਤੂ ਪਸ਼ੂ ਸਨ, ਸ਼ੁਕਰ ਬੇਹੰਗ ਮ੍ਰਿਗ ਘਾਤ ਤੈਨੇ ਕਇਓ ਐ। ਜੰਗਲੀ ਸੂਰ ਪੰਛੀ ਤਥਾ ਤੂੰ ਉਸ ਥਾਏ ਹੋਰ ਵੀ ਜਿਹੜੇ ਮਿਰਗ ਹਿਰਨ ਆਦਿ ਸਨ, ਤੂੰ ਉਹਨਾਂ ਨੂੰ ਘਾਤ ਕੀਤਾ, ਉਹਨਾਂ ਨੂੰ ਤੂੰ ਮਾਰਿਆ। ਹਟਿਓ ਜਬ ਧਾਮ ਔਰ ਗੋਰਖ ਮਿਲਾਪ ਕੀਨੋ। ਜਦੋਂ ਤੂੰ ਲੱਗਾ ਵਾਪਸ ਜਾਣ, ਤੇਰੇ ਰਸਤੇ ਵਿੱਚ ਗੋਰਖ ਆ ਗਿਆ। ਜਦੋਂ ਤੂੰ ਤੁਰਿਆ ਨਾ ਸ਼ਿਕਾਰ ਖੇਡ ਕੇ ਜੰਗਲ ਹਨੀਫਾ, ਉਦੋਂ ਤੇਰੇ ਰਸਤੇ ਵਿੱਚ ਕੀ ਤੈਨੂੰ ਗੋਰਖ ਨਹੀਂ ਸੀ ਮਿਲਿਆ? ਤੈਨੂੰ ਉਸ ਵਕਤ ਗੋਰਖ ਮਿਲਿਆ। ਹਾਨੇ ਜੀਵ ਦੇਖ ਤਿੰਨ ਬਚਨ ਸੁਨਾਇਓ ਐ। ਔਰ ਜੀਆਂ ਨੂੰ ਕੋਲ ਮਰਿਆ ਮੁਰਛਤ ਵੇਖ ਤੈਨੂੰ ਗੋਰਖ ਨੇ ਜਦੋਂ ਕੋਲ ਉਸ ਥਾਂ ਤੇ ਜੀਵ ਤੜਫ ਰਹੇ ਸਨ, ਕੋਈ ਪੰਛੀ ਕੋਲ ਡਿੱਗਾ ਪਿਆ, ਕੋਈ ਜਾਨਵਰ ਤੜਫ ਰਿਹਾ, ਕਹਿੰਦੇ ਉਹਨਾਂ ਤੜਫਦੇ ਹੋਇਆਂ ਜਾਨਵਰਾਂ ਨੂੰ ਵੇਖ ਕੇ ਗੋਰਖ ਨੇ ਤੈਨੂੰ ਕਿਹਾ, ਸਵਈਆ ਹੈ ਮਨ ਤੇਰੋ ਬਿਹੀਨ ਦਿਆ, ਬਨ ਜੀਵ ਹਾਨੇ ਰਸ ਨਾਹਿਤ ਸਾਧੂ। ਉਸ ਵਕਤ ਤੈਨੂੰ ਗੋਰਖ ਨੇ ਸਮਝਾਇਆ ਕਿ ਤੂੰ ਆਪਣੀ ਜੀਭ ਦੇ ਸਵਾਦ ਵਾਸਤੇ ਇਹਨਾਂ ਪੰਛੀਆਂ ਨੂੰ, ਇਹਨਾਂ ਜੀਆਂ ਨੂੰ ਤੂੰ ਮਾਰਿਆ ਹੈ। ਹਨੀਫਾ ਤੇਰੇ ਹਿਰਦੇ ਅੰਦਰ ਦਇਆ ਨਹੀਂ ਹੈ। ਹਨੀਫਾ ਤੇਰੇ ਹਿਰਦੇ ਅੰਦਰ ਭੋਰਾ ਵੀ ਦਇਆ ਨਹੀਂ। ਤੈਸੇ ਹਾਨੇ ਤੁਮਰੇ ਤਨ ਕੋ ਏ, ਕਿਉਂ ਨੇਜੇ ਆਵ ਗਵਾਵਤ ਬਾਦੂ। ਕਹਿੰਦੇ ਤੂੰ ਆਪਣਾ ਜੀਵਨ ਏਦਾਂ ਹੀ ਅਜਾਈ ਗਵਾ ਰਿਹਾ ਹੈ, ਇਸੇ ਤਰ੍ਹਾਂ ਹੀ ਇਹ ਤੈਨੂੰ ਜਿਵੇਂ ਅੱਜ ਤੂੰ ਇਹਨਾਂ ਜੀਆਂ ਨੂੰ ਮਾਰਿਆ ਹੈ। ਇਹ ਕੌਣ ਕਹਿ ਰਿਹਾ ਹੈ? ਗੋਰਖ। ਕਿਸ ਨੂੰ? ਹਨੀਫੇ ਨੂੰ। ਪਾਤਸ਼ਾਹ ਇਹਦੀ ਕਹਾਣੀ ਅੱਜ ਜਦੋਂ ਹੁਣ ਸੁਮੇਰ ਪਰਬਤ ਤੇ ਮਿਲਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦੀ ਵਾਰਤਾ ਇਹਨੂੰ ਦੱਸ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਲੱਗੇ ਕਹਿਣ, ਕਹਿੰਦੇ ਫਿਰ ਗੋਰਖ ਨੇ ਤੈਨੂੰ ਵਰਜਿਆ ਵੀ ਇਹ ਵੀ ਤੈਨੂੰ ਏਦਾਂ ਮਾਰਨਗੇ। ਯੋਂ ਸੁਨ ਕੈ ਮਨ ਮੈਂ ਗੁਣ ਕੈ, ਤੁਵਕੀਨ ਬੀਨੇ ਮ੍ਰਿਤ ਪਾ ਡਰ ਯਾਦੂ। ਕਹਿੰਦੇ ਤੂੰ ਫਿਰ ਮੌਤ ਦੇ ਡਰ ਨੂੰ ਯਾਦ ਕਰਦਿਆਂ ਹੋਇਆਂ ਫਿਰ ਤੂੰ ਗੋਰਖ ਦੇ ਕੋਲ ਬੇਨਤੀ ਕੀਤੀ। ਫਿਰ ਤੂੰ ਗੋਰਖ ਕੋਲ ਹੱਥ ਜੋੜ ਕੇ ਖਲੋ ਗਿਆ। ਗੋਰਖ ਕੇ ਪਦ ਕੋ ਗਹਿ ਕੈ, ਤਬ ਚਾਹਤ ਪਾਤੈ ਪੂਰ ਪ੍ਰਸਾਦੂ। ਕਹਿੰਦੇ ਫਿਰ ਤੂੰ ਗੋਰਖ ਦੇ ਚਰਨਾਂ ਨੂੰ ਹੱਥ ਲਾ ਕੇ ਉਹਦੇ ਕੋਲੋਂ ਜਿੱਥੇ ਤੂੰ ਖਿਮਾ ਜਾਚਨਾ ਕੀਤੀ, ਉਥੋਂ ਤੂੰ ਉਹਦੀ ਕਿਰਪਾ ਮੰਗੀ। ਤੂੰ ਉਹਦੇ ਕੋਲੋਂ ਜੀਵਨ ਦੀ ਉੱਥੇ ਸੇਧ ਮੰਗੀ। ਤੂੰ ਉਸ ਗੋਰਖ ਦੇ ਕੋਲ ਖਲੋ ਕੇ ਖਿਮਾ ਜਾਚਨਾ ਕੀਤੀ। ਕਬਿਤ ਨਾਥ ਕੀਜੇ ਦਾਇਆ ਜੀਵਨ ਰਹੇ ਥੇਰ ਕਾਇਆ। ਹੇ ਨਾਥ ਜੀ, ਹੇ ਗੋਰਖ ਜੀ, ਤੂੰ ਬੇਨਤੀਆਂ ਲੱਗਾ ਕਰਨ। ਹੇ ਗੋਰਖ ਜੀ, ਹੇ ਨਾਥ ਜੀ, ਮੇਰੇ ਤੇ ਕਿਰਪਾ ਕਰੋ ਜਿਹਦੇ ਨਾਲ ਮੈਂ ਸਦੀਵੀਂ ਸਥਿਰ ਰਹਾ। ਸੁਨ ਗੋਰਖ ਆਲਾਇਆ ਜੇ ਤੂੰ ਜੋਗ ਕੋ ਕਮਾਵਈ। ਫਿਰ ਗੋਰਖ ਨੇ ਤੈਨੂੰ ਆਪਣੇ ਮਤ ਵਿੱਚ ਲਿਆਉਣਾ ਕੀਤਾ। ਉਹਨੇ ਤੈਨੂੰ ਕਿਹਾ ਜੇਕਰ ਤੂੰ ਜੋਗ ਨੂੰ ਕਮਾਵੇਂ, ਮੂੰਡ ਕੋ ਮੁੰਡਈਏ ਨਿਜ ਗੋਤ ਕੋ ਲਜਈਏ। ਤੂੰ ਆਪਣੀ ਕੁੱਲ ਗੋਤ ਤੂੰ ਆਪਣੀ ਛੱਡ ਦੇ ਤਥਾ ਤੂੰ ਆਪਣਾ ਮੁੰਡਨ ਕਰਵਾ, ਸਿਰ ਤੂੰ ਮੰਡਵਾ ਲੈ। ਤਉ ਥੇਰ ਪਦ ਪਈਏ ਨਾ ਤੋ ਦੇਹ ਬਿਨ ਸਾਵਈ। ਤੇ ਫਿਰ ਤੂੰ ਸਦੀਵੀ ਪਦ ਤੂੰ ਪ੍ਰਾਪਤ ਕਰ ਲਵੇਂਗਾ, ਫਿਰ ਤੂੰ ਨਾਸ਼ ਨਹੀਂ ਹੋਵੇਂਗਾ। ਇਹ ਤੈਨੂੰ ਗੋਰਖ ਨੇ ਕਿਹਾ। ਸੋਨੇ ਬੈਨ ਐਸ ਸੀਸ ਪਾਗ ਤਾਰ ਬੈਸ ਕਯੋ। ਕਹਿੰਦੇ ਤੂੰ ਬਸ ਉਸੇ ਵਕਤ ਫਿਰ ਕੀ ਕੀਤਾ? ਉਸੇ ਵਕਤ ਤੂੰ ਸਿਰ ਤੋਂ ਪੱਗ ਲਾਈ
ਪੱਗ ਲਾ ਕੇ ਤੂੰ ਗੋਰਖ ਕੋਲ ਬੈਠ ਗਿਆ। ਮੂੰਡੀਏ ਜੀ ਮੂਡ ਜਾਤੇ ਤੇਰ ਪਦ ਪਾਵਈ। ਔਰ ਨਾਲ ਹੀ ਤੂੰ ਉਸੇ ਵਕਤ ਛੇਤੀ ਕਿਹਾ, ਜਿੱਦਾਂ ਤੁਹਾਡੀ ਖੁਸ਼ੀ ਹੈ ਜੀ ਤੁਸੀਂ ਮੇਰਾ ਮੁੰਡਨ ਕਰਨਾ, ਮੁੰਡਨ ਕਰ ਦਿਓ। ਕਹਿੰਦੇ ਫਿਰ ਤੇਰਾ ਉਸ ਥਾਂ ਤੇ ਮੁੰਡਨ ਹੋਇਆ। ਤੂੰ ਉਸੇ ਵਕਤ ਗੋਰਖ ਦੇ ਕੋਲ ਸਿਰ ਤੋਂ ਲਾ ਕੇ ਕੱਪੜਾ ਤੂੰ ਉੱਥੇ ਹੀ ਬੈਠ ਗਿਆ। ਗੋਰਖ ਨੇ ਕਾਨ ਭਾਰ ਮੁੰਡਿਓ ਐ ਸਵਾਰ ਤੋ ਕੋ। ਫਿਰ ਉਹਨੇ ਫਿਰ ਤੈਨੂੰ ਉੱਥੇ ਬਿਠਾ ਕੇ ਗੋਰਖ ਨੇ ਤੇਰਾ ਮੁੰਡਨ ਕੀਤਾ। ਹਨੀਫਾ ਤੈਨੂੰ ਫਿਰ ਗੋਰਖ ਜੋਗ ਮਤ ਵਿੱਚ ਲੈ ਕੇ ਗਿਆ। ਤਬ ਹੂੰ ਕੋ ਭਇਓ ਸਿੱਧ ਪਸਮ ਲਗਾਵਈ। ਬਸ ਉਦੋਂ ਬਾਅਦ ਹੀ ਤੂੰ ਆਪਣੇ ਪਿੰਡੇ ਤੇ ਸਵਾਹ ਮਲ ਕੇ ਸਿੱਧ ਬਣਿਆ ਬੈਠਾ ਹੈ। ਸੋਰਠਾ ਸੁਨ ਕਰ ਬਿਸਮ ਹੋਇਓ ਪਤੀ ਬਤਾਏ ਸਰਬ ਜਬ। ਇਹ ਸੁਣਦਿਆਂ ਸਾਰ ਹੀ ਹਨੀਫਾ ਇੱਕੋ ਦਮ ਹੈਰਾਨ ਰਹਿ ਗਿਆ ਵੀ ਇਹ ਬਾਤਾਂ, ਇਹ ਗੱਲਾਂ ਤਾਂ ਮੇਰੇ ਤਥਾ ਗੋਰਖ ਤੋਂ ਬਿਨਾਂ ਕਿਸੇ ਤੀਸਰੇ ਨੂੰ ਪਤਾ ਨਹੀਂ। ਮੈਂ ਜੋਗ ਮਤ ਵਿੱਚ ਕਿਵੇਂ ਆਇਆ ਇਹ ਤਾਂ ਮੈਨੂੰ ਜਾਂ ਗੋਰਖ ਨੂੰ ਪਤਾ ਸੀ, ਇਹਨਾਂ ਨੂੰ ਕਿਵੇਂ ਪਤਾ ਲੱਗਾ ਹੈ। ਬੜਾ ਹੀ ਇਹ ਹੈਰਾਨ ਪਰੇਸ਼ਾਨ ਹੋਇਆ। ਭਰਮ ਹਿਰਦੇ ਤੇ ਖੋਏ ਜਾਣੇ ਸ਼੍ਰੀ ਅਵਤਾਰ ਹਰ। ਸਤਿਗੁਰੂ ਮਹਾਰਾਜ ਜੀਆਂ ਤੋਂ ਸਾਖਸ਼ਾਤ ਸਾਵੇਂ ਵੇਖ ਕੇ ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਸਾਧ ਸੰਗਤ ਜੀਓ ਬਚਨ ਕੀਤੇ, ਇੱਕੋ ਦਮ ਹਿਰਦੇ ਤੋਂ ਜਿੰਨਾ ਪਾਤਸ਼ਾਹ ਦੇ ਪ੍ਰਤੀ ਭਰਮ ਸੀ ਸਾਰਾ ਉੱਡ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਤੱਕ ਕਰਕੇ ਵੇਖ ਕਰਕੇ ਜਿੰਨਾ ਹਿਰਦੇ ਦੇ ਅੰਦਰ ਭਰਮ ਸੀ, ਜਦੋਂ ਪਰਸਪਰ ਗੱਲਬਾਤ ਹੋਈ ਸਾਰਾ ਹੀ ਉਹ ਦੂਰ ਹੋਇਆ। ਲੱਖ ਨਿਜ ਸਫਲ ਸਰੀਰ ਭਇਓ ਦਰਸ ਜਗਦੀਸ਼ ਕੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜਗਤ ਦੇ ਈਸ਼ਰ ਦੇ ਦੀਦਾਰ ਪਾ ਕੇ ਨਿਹਾਲ ਹੋਇਆ ਹੈ ਇਹ ਹਨੀਫਾ। ਸਤਿਗੁਰੂ ਮਹਾਰਾਜ ਜੀਆਂ ਦੇ ਨੇ ਦੀਦਾਰ ਪਾਏ। ਲੈਨੋ ਪਤੋ ਗਹੀਰ ਬੌਰ ਹਨੀਫਾ ਬੋਲਿਓ। ਹੋਰ ਵੀ ਡੂੰਘਾ ਪਤਾ ਲੈਣ ਵਾਸਤੇ ਮਨ ਵਿੱਚ ਸੋਚਣ ਲੱਗਾ ਵੀ ਚਲੋ ਹੋਰ ਥੋੜਾ ਜਿਹਾ ਪੁੱਛ ਲਵਾਂ। ਹੋਰ ਪੁੱਛਣ ਵਾਸਤੇ, ਗਹੀਰ ਪਤਾ ਲੈਣ ਵਾਸਤੇ ਪਾਤਸ਼ਾਹ ਜੀ ਨੂੰ ਫਿਰ ਲੱਗਾ ਕਹਿਣ, ਦੋਹਰਾ ਕੌਣ ਥਾਨ ਮੁੰਡਿਓ ਮੁਝੇ ਸੋ ਤੁਮ ਦਿਓ ਬਤਾਏ। ਕਹਿੰਦੇ ਚਲੋ ਜੇ ਇੱਥੋਂ ਤੱਕ ਤੁਸੀਂ ਦੱਸ ਦਿੱਤਾ, ਮੈਨੂੰ ਦੱਸ ਦਿਓ ਵੀ ਉਹ ਜਗ੍ਹਾ ਕਿਹੜੀ ਸੀ ਜਿਹੜੇ ਸਥਾਨ ਤੇ ਮੇਰਾ ਮੁੰਡਨ ਕੀਤਾ ਗੋਰਖ ਜੀ ਨੇ, ਉਹ ਜਗ੍ਹਾ ਕਿਹੜੀ ਸੀ। ਜਾਨੋ ਮੈਂ ਅਵਤਾਰ ਤਬ ਭਵ ਤਾਰਨ ਹਿਤ ਆਏ। ਕਹਿੰਦੇ ਬਸ ਇਸ ਤੋਂ ਬਾਅਦ ਮੈਂ ਮੰਨ ਲਵਾਂਗਾ ਤੁਸੀਂ ਅਵਤਾਰ ਹੋ ਤੇ ਜਗਤ ਨੂੰ ਤਾਰਨ ਵਾਸਤੇ ਆਏ ਹੋ। ਚਲੋ ਤੁਸੀਂ ਮੈਨੂੰ ਉਹ ਜਗ੍ਹਾ ਦੱਸੋ। ਕਬਿਤ ਬੋਲੇ ਹੈ ਕਿਰਪਾਲ ਲੁੰਡੇ ਪੀਪਲ ਕੇ ਤਲੇ ਬੈਠ। ਪਾਤਸ਼ਾਹ ਕਹਿੰਦੇ ਚੇਤੇ ਕਰ, ਇੱਕ ਟੁੱਟੇ ਹੋਏ ਲੁੰਡੇ ਪਿੱਪਲ ਦੇ ਹੇਠਾਂ ਬੈਠ ਕੇ ਤੇਰਾ ਮੁੰਡਨ ਹੋਇਆ ਸੀ। ਪਿੱਪਲ ਸੀ ਪਰ ਲੁੰਡਾ ਹੋਇਆ। ਕੁਝ ਆਦ ਟਾਹਣ ਟੁੱਟੇ ਹੋਏ ਉਹਦੇ ਹੇਠਾਂ ਬੈਠ ਕੇ, ਇੱਕ ਵੱਡੇ ਰੁੱਖ ਦੇ ਹੇਠਾਂ ਬੈਠ ਕੇ। ਮੁੰਡ ਤੇਰੋ ਮੁੰਡ ਸੰਗ ਲੀਨੋ ਹੈ ਰਲਾਇ ਕੈ। ਉਹਨੇ ਕੇਸ ਤੇਰੇ ਭਾਵ ਮੁੰਡ ਕਰਕੇ, ਕਤਲ ਕਰਕੇ ਉਹਨੇ ਤੈਨੂੰ ਆਪਣੇ ਪੰਥ ਵਿੱਚ ਨਾਲ, ਤੈਨੂੰ ਉਹਨੇ ਆਪਣੇ ਨਾਲ ਹੋਰ ਸਿੱਧਾਂ ਜੋਗੀਆਂ ਨਾਲ ਰਲਾ ਲਿਆ। ਉਹਨੇ ਤੈਨੂੰ ਉੱਥੇ ਆਪਣੇ ਮਤ ਵਿੱਚ ਪ੍ਰਵੇਸ਼ ਕਰਾਇਆ। ਰਾਜ ਦੇਸ਼ ਕੋਸ਼ ਦਾਸੀ ਦਾਸ ਸੁਤ ਨਾਰੀ ਸੈਨ। ਔਰ ਜਿੰਨਾ ਵੀ ਤੇਰੇ ਕੋਲ ਰਾਜ ਸੀ, ਖਜ਼ਾਨਾ ਸੀ, ਕੋਸ਼ ਸੀ, ਦਾਸੀਆਂ ਸਨ, ਦਾਸ ਸਨ, ਸੇਵਕ ਸਨ, ਸਿਪਾਹੀ ਸਨ। ਛੋਰ ਦੀਨੀ ਸੋਜ ਨਹਿ ਲੀਨੀ ਸੁਧ ਜਾਇ ਕੈ। ਸਾਰਾ ਕੁਝ ਹੀ ਉਸ ਤੋਂ ਬਾਅਦ ਕਦੇ ਤੂੰ ਪਿਛਾਂ ਭੌਂ ਕੇ ਵੇਖਿਆ ਹੀ ਨਹੀਂ। ਤੂੰ ਰਾਜਾ ਸੈਂ, ਇੰਨੀ ਤੇਰੇ ਕੋਲ ਸੈਨਾ, ਇੰਨੇ ਤੇਰੇ ਕੋਲ ਨੌਕਰ ਚਾਕਰ, ਇੰਨੀ ਤੇਰੀ ਫੌਜ, ਤੂੰ ਦੁਬਾਰਾ ਭੌਂ ਕੇ ਪਿਛਾਂ ਨੂੰ ਨਹੀਂ ਤੱਕਿਆ। ਉਸ ਤੋਂ ਬਾਅਦ ਤੂੰ ਉਹਨਾਂ ਦੀ ਕਦੇ ਖਬਰਸਾਰ ਨਹੀਂ ਲਈ। ਐਸੇ ਸੁਨ ਬੈਨ ਗੁਣ ਐਨ ਕੇ ਪੀਚੈਨ ਮਨ। ਜਦੋਂ ਗੁਣ ਐਨ ਪਾਤਸ਼ਾਹ ਜੀਆਂ ਦੇ, ਗੁਣਾਂ ਦੇ ਘਰ ਪਾਤਸ਼ਾਹ ਜੀਆਂ ਦੇ ਜਦੋਂ ਇਹਨੇ ਬੋਲ ਸੁਣੇ, ਬੰਦੇ ਗਤ ਦੈਨ ਪਦ ਦੋਨੋਂ ਸੀਸ ਨਾਇਕੈ। ਔਰ ਪਾਤਸ਼ਾਹ ਜੀਆਂ ਦੇ ਕੋਲ ਸਾਧ ਸੰਗਤ ਜੀਓ ਇਹ ਵੀ ਹਨੀਫਾ ਹੱਥ ਜੋੜ ਕੇ ਖਲੋ ਗਿਆ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਪਾਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਾਹਵੇਂ ਹੱਥ ਜੋੜ ਕੇ ਖਲੋ ਗਿਆ। ਹੀਨ ਨਿਜ ਜਾਨ ਕੀਨੋ ਮੇਰੋ ਕੋ ਪਿਆਨ। ਫਿਰ ਕਹਿੰਦੇ ਹੀਨ ਜਾਣ ਕੇ ਇਥੋਂ ਉੱਠਿਆ ਔਰ ਇਹ ਮੇਰ ਪਰਬਤ ਵੱਲ ਚਲਾ ਗਿਆ। ਨੀਕੇ ਬਚਨ ਬਖਾਨ ਗਇਓ ਰਿੱਧ ਸੁਖ ਪਾਏ ਕੈ। ਔਰ ਬੜੇ ਸਤਿਗੁਰੂ ਜੀਆਂ ਨੂੰ ਪ੍ਰੇਮ ਸਹਿਤ ਬਚਨ ਕਰਕੇ ਇਹ ਵਾਪਸ ਪਰਤਿਆ। ਕੌਣ ਜੀ? ਹਨੀਫਾ, ਜਦੋਂ ਇਹਨੇ ਸਾਖਸ਼ਾਤ ਸਾਹਿਬ ਦੇ ਦੀਦਾਰ ਪਾਏ। ਦੋਹਰਾ ਗੋਰਖ ਕੀ ਟਿਗ ਜਾਏ ਕੈ ਉਸਤਤ ਕੀਨ ਬਖਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲੋਂ ਵਾਰਤਾਲਾਪ ਵਿੱਚ ਹਾਰ ਕੇ ਹਨੀਫਾ ਗਿਆ ਗੋਰਖ ਦੇ ਕੋਲ ਤੇ ਜਾ ਕੇ ਉੱਥੇ ਬਚਨ ਕਹਿਣ ਲੱਗਾ। ਕਲਾਵਾਨ ਸਰਬੱਗ ਸੋ ਮੈਂ ਮਾ ਜਾਏ ਮਹਾਨ। ਇਹਨੇ ਵੀ ਜਾ ਕੇ ਗੋਰਖ ਨੂੰ ਸਮਝਾਇਆ, ਕਹਿੰਦੇ ਭੁਲੇਖੇ ਵਿੱਚ ਨਾ ਕੋਈ ਵੀ ਰਿਓ, ਉਹ ਕਲਾਵਾਨ ਹਨ, ਉਹ ਬਹੁਤ ਕਲਾਵਾਨ ਹਨ, ਤੁਸੀਂ ਕਿਸੇ ਭੁਲੇਖੇ ਵਿੱਚ ਨਾ ਮਾਰਿਓ ਜਾਇਓ ਗੋਰਖ ਜੀ, ਉਹ ਬੜੇ ਕਲਾਵਾਨ ਆਏ ਹਨ ਜਗਤ ਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਇਹਨੇ ਜਾ ਕੇ ਇਸ ਵਿਦ ਕਿਹਾ ਹੈ। ਕਬਿਤ ਗੋਰਖ ਬੋਲਾਏ ਸਿੱਧ ਭੂਤ ਵੇ ਸੁਨਾਏ। ਹੁਣ ਵਾਰੀ ਆ ਗਈ ਭੂਤ ਵੇ ਸਿੱਧ ਦੀ। ਭੂਤ ਵੇ ਸਿੱਧ ਨੂੰ ਹੁਣ ਗੋਰਖ ਨੇ ਕੋਲ ਆਵਾਜ਼ ਦਿੱਤੀ। ਕਹਿਓ ਤਾਂ ਕੋ ਸਮਝਾਏ ਉਪਦੇਸ਼ ਦਿਓ ਜਾਈਏ। ਹੁਣ ਭੂਤਵੇ ਨੂੰ ਲੱਗਾ ਕਹਿਣ ਜਿਵੇਂ ਜਿਵੇਂ ਇਹਦੇ ਕੋਲ ਜਿਵੇਂ ਜਿਵੇਂ ਜਿਹੜੇ ਜਿਹੜੇ ਸਿਆਣੇ ਸਨ ਵਾਰੀ ਵਾਰੀ ਸਾਰਿਆਂ ਨੂੰ ਕੱਢ ਰਿਹਾ ਹੈ ਗੋਰਖ। ਹਨੀਫੇ ਤੋਂ ਬਾਅਦ ਇਹਨੇ ਭੂਤਵੇ ਨੂੰ ਕਿਹਾ, ਕਹਿੰਦੇ ਹੁਣ ਤੂੰ ਜਾ ਉਸ ਥਾਂ ਜਾ ਕੇ ਸਾਹਿਬ ਨਾਲ ਵਿਚਾਰ ਕਰ। ਆਵਾ ਸੁਨ ਤਾਏ ਗੁਰੂ ਨਾਨਕ ਸੁਹਾਏ ਜੈ। ਔਰ ਜਿਹੜੀ ਥਾਂ ਤੇ ਪਾਤਸ਼ਾਹ ਜੀ ਉਪਸਥਿਤ ਸਨ, ਬੈਠੇ ਹੋਏ ਸਨ, ਉਸ ਥਾਂ ਤੇ ਭੂਤਵਾ ਸਿੱਧ ਆਇਆ। ਬਚਨ ਅਲਾਏ ਬਾਲੇ ਹੱਟ ਕੋ ਗਵਾਈਏ। ਔਰ ਇਹਨੇ ਆਉਂਦੇ ਕਿਹਾ, ਕਹਿੰਦੇ ਤੁਸੀਂ ਮੁਖੋ ਬਚਨ ਅਲਾਓ, ਹੇ ਬਾਲਕ ਆਪਣੇ ਮਨ ਦਾ ਅਹੰਕਾਰ, ਆਪਣੇ ਮਨ ਦਾ ਹੱਠ ਤੁਸੀਂ ਤਿਆਗ ਦਿਓ। ਤੁਸੀਂ ਇੱਕੋ ਗੱਲ ਪਕੜੀ ਹੈ ਕਿ ਅਸੀਂ ਗੋਰਖ ਨੂੰ ਗੁਰੂ ਨਹੀਂ ਕਰਨਾ। ਤੁਸੀਂ ਆਪਣੇ ਮਨ ਦਾ ਹੱਠ ਤੁਸੀਂ ਦੂਰ ਕਰੋ। ਪਾਤਸ਼ਾਹ ਜੀ ਦੇ ਜਿਹੜੀ ਹੋਰ ਵੀ ਵਿਚਾਰ ਹੈ ਨਾ, ਸਾਧ ਸੰਗਤ ਜੀ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੇ ਕਹਿ ਜਾਓ। ਸਤਿਗੁਰੂ ਜੀਆਂ ਨੂੰ ਪਾਵਨ ਪਵਿੱਤਰ ਬਾਣੀ ਅੰਦਰ ਜਿਵੇਂ ਜਿਵੇਂ ਵਿਚਾਰ ਹੋਈ, ਮਹਾਰਾਜ ਜੀਆਂ ਨੇ ਇਹਨਾਂ ਦੀ ਵੀ ਜਿਹੜੇ ਪ੍ਰਸ਼ਨ ਸਨ ਉਹ ਨਾਲ ਨਾਲ ਲਿਖੇ ਹਨ। ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਓ। ਕਿਹੜੀ ਥਾਂ ਤੇ ਵਾਸਾ ਹੈ, ਸੁਰਤ ਕਿੱਥੇ ਜੋੜਦੇ ਹੋ। ਸਤਿਗੁਰੂ ਮਹਾਰਾਜ ਜੀਆਂ ਨੂੰ ਇਹਨਾਂ ਨੇ ਸਾਧ ਸੰਗਤ ਜੀਓ ਇਸ ਪ੍ਰਕਾਰ ਜਿਹੜੇ ਪ੍ਰਸ਼ਨ ਸਨ ਮਹਾਰਾਜ ਜੀਆਂ ਨੂੰ ਕੀਤੇ ਹਨ, ਉਹ ਆਪਾਂ ਪਾਵਨ ਪਵਿੱਤਰ ਬਾਣੀ ਸਿੱਧ ਗੋਸ਼ਟ ਦੀ ਬਾਣੀ ਵਿੱਚੋਂ ਦੀਦਾਰ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਚੱਲਦਿਆਂ ਹੋਇਆ ਇਹਨਾਂ ਨੇ ਹੁਣ ਕਹਿੰਦੇ ਤੁਸੀਂ ਹੱਠ ਨੂੰ ਤਿਆਗ ਦਿਓ। ਇਹ ਭੂਤਵਾ ਬੋਲਿਆ ਹੈ। ਚਰਨ ਲਗਾਏ ਗੁਰੂ ਗੋਰਖ ਕਰਾਏ। ਤੁਹਾਨੂੰ ਚਰਨਾਂ ਨਾਲ ਲਾ ਕੇ ਗੁਰੂ ਗੋਰਖ ਤੁਹਾਨੂੰ ਅਸੀਂ ਭਾਵ ਉਹਨਾਂ ਨੂੰ ਤੁਸੀਂ ਗੁਰੂ ਬਣਾ ਲਵੋ। ਤੇਰੋ ਮਰਨ ਮਿਟਾਏ ਐਸੇ ਪਦ ਕਿਉਂ ਨਾ ਪਾਈਏ। ਉਹ ਤੇਰਾ ਮਰਨਾ ਜਿਉਣਾ ਮਰਨਾ ਖਤਮ ਕਰ ਦੇਣਗੇ। ਤੁਹਾਡੀ ਭਾਵ ਕਦੇ ਮੌਤ ਨਹੀਂ ਹੋਵੇਗੀ। ਤੁਸੀਂ ਸਦੀਵੀ ਉਹਨਾਂ ਦੇ ਚਰਨੀ ਤੁਸੀਂ ਕਿਉਂ ਨਹੀਂ ਲੱਗਦੇ। ਇਹ ਭੂਤਵਾ ਲੱਗਾ ਕਹਿਣ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੂੰ ਤਥਾ ਭਾਈ ਮਰਦਾਨਾ ਜੀ ਨੂੰ। ਪਹੁੰਚਿਓ ਤੂੰ ਆਏ ਨੈ ਛੂਛਾ ਹਟ ਜਾਏ ਅਬ। ਪਹਿਲਾਂ ਤਾਂ ਵੱਡੇ ਭਾਗ ਤੁਸੀਂ ਇੰਨੀ ਦੂਰ ਤੁਸੀਂ ਚੱਲ ਕੇ ਇੱਥੋਂ ਤੱਕ ਤੁਸੀਂ ਆ ਗਏ ਹੋ, ਤੁਹਾਡੇ ਵੱਡੇ ਭਾਗ। ਹੁਣ ਖਾਲੀ ਨਾ ਜਾਇਓ ਉਹਨੂੰ ਗੁਰੂ ਕਰਨ ਤੋਂ ਬਿਨਾਂ। ਤੁਸੀਂ ਉਹਨਾਂ ਨੂੰ ਜ਼ਰੂਰ ਗੁਰੂ ਬਣਾ ਕੇ ਜਾਇਓ। ਜਾਂ ਤੇ ਕਹੋ ਤੋਏ ਜੀਐ ਹੋਏ ਜੋ ਸੁਨਾਈਏ। ਹੁਣ ਜੋ ਵੀ ਤੁਹਾਡੇ ਕੋਈ ਚਿੱਤ ਦੇ ਅੰਦਰ ਹੈ ਹੁਣ ਤੁਸੀਂ ਸੁਣਾ ਦੇਵੋ। ਸਾਧ ਸੰਗਤ ਜੀਓ, ਜਦੋਂ ਆਪਾਂ ਕੋਈ ਸੰਸਾਰ ਦੇ ਅੰਦਰ ਜਿਹੜੀ ਇੱਕ ਕਹਾਣੀ ਅਕਸਰ ਕਈ ਵਾਰੀ ਸੁਣਨੇ ਹਾਂ ਕਿ ਕਿਸੇ ਨੇ ਬੱਕਰਾ ਖਰੀਦਿਆ, ਬੱਕਰਾ ਖਰੀਦ ਕੇ ਲਿਜਾਈ ਗਿਆ, ਰਾਹ ਵਿੱਚ ਠੱਗ ਬੈਠੇ ਸਨ। ਉਹਨਾਂ ਸੋਚਿਆ ਵੀ ਇਹਦੇ ਮੋਢਿਆਂ ਤੋਂ ਜਿਹੜਾ ਇਹ ਬੱਕਰਾ ਹੈ ਕਿਵੇਂ ਸਟਾਈਏ ਹੇਠਾਂ। ਪਹਿਲੇ ਨੇ ਕਿਹਾ ਵੀ ਆ ਤੂੰ ਕਿਸ ਥਾਂ ਤੋਂ ਆ ਕਟਾ ਕਿਹੜੀ ਥਾਂ ਤੋਂ ਖਰੀਦ ਕੇ ਲਿਆਇਆ ਹੈ। ਉਹਨੇ ਕਿਹਾ ਮੈਂ ਬੱਕਰਾ ਲੈ ਕੇ ਆਇਆ ਹਾਂ। ਪਹਿਲੇ ਨੇ ਕਿਹਾ, ਦੂਸਰੇ ਨੇ ਕਿਹਾ, ਤੀਸਰੇ ਨੇ ਵੀ ਕਹਿ ਦਿੱਤਾ। ਹਾਰ ਕੇ ਉਹ ਖਰੀਦਣ ਵਾਲੇ ਨੇ ਲਿਆ ਕੇ ਕਿਤਾਂ ਸੁੱਟ ਹੀ ਦਿੱਤਾ। ਉਹਨੇ ਕਹਿ ਦਿੱਤਾ ਵੀ ਮੈਂ ਹੀ ਇਹ ਇੰਨੀ ਗੱਲ ਕਹਿ ਰਿਹਾ, ਹੋ ਸਕਦਾ ਮੈਨੂੰ ਹੀ ਭੁਲੇਖਾ ਲੱਗਦਾ ਹੋਵੇ। ਇੰਨੇ ਮੈਨੂੰ ਰਸਤੇ ਅੰਦਰ ਵਾਰ-ਵਾਰ ਰੋਕ ਕੇ ਕਹਿ ਰਹੇ ਨੇ, ਚਲੋ ਇਹਨਾਂ ਨੂੰ ਤਾਂ ਨਾ ਇੰਨਿਆਂ ਨੂੰ ਤਾਂ ਨਹੀਂ ਭੁਲੇਖਾ ਲੱਗ ਸਕਦਾ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਵਾਰ-ਵਾਰ ਸਾਰੇ ਇੱਕੋ ਗੱਲ ਆਣ ਕੇ ਵਾਰ-ਵਾਰ ਦੁਹਰਾ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਉਹਨਾਂ ਦੇ ਨੇਚੇ ਤੋਂ ਡਲਾਉਣ ਦੇ ਵਾਸਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭੂਤਵਾ ਆ ਕੇ ਲੱਗਾ ਕਹਿਣ, ਕਹਿੰਦੇ ਬਾਕੀ ਜੋ ਤੁਹਾਡਾ ਮਤ ਹੁਣ ਤੁਸੀਂ ਦੱਸ ਦਿਓ, ਜਿਹੜੀ ਕੋਈ ਤੁਹਾਡੀ ਗੱਲਬਾਤ ਹੁਣ ਤੁਸੀਂ ਸੁਣਾ ਦਿਓ। ਸ਼੍ਰੀ ਗੁਰ ਕਹਿਤ ਬੈਨ ਛੂਛਾ ਸੋ ਰਹਿਤ। ਮਹਾਰਾਜ ਕਹਿੰਦੇ ਮੇਰੀ ਗੱਲ ਤੂੰ ਧਿਆਨ ਨਾਲ ਸੁਣ। ਮਹਾਰਾਜ ਕਹਿੰਦੇ ਖਾਲੀ ਉਹ ਰਹਿੰਦਾ ਹੈ ਜੋ ਨਾਮ ਨਾ ਜਪਤ ਦੁੱਖ ਪਾਏ ਜਮ ਤਰਾਸ ਕੋ। ਉਹਨਾਂ ਕਿਹਾ ਤੁਸੀਂ ਖਾਲੀ ਨਾ ਜਾਇਓ ਗੁਰੂ ਬਣਾਉਣ ਤੋਂ ਬਿਨਾ। ਮਹਾਰਾਜ ਕਹਿੰਦੇ ਗੱਲ ਸੁਣ ਧਿਆਨ ਦੇ ਨਾਲ। ਖਾਲੀ ਤਾਂ ਉਹ ਰਹਿੰਦਾ ਹੈ ਜਿਹਦੇ ਕੋਲ ਸਾਹਿਬ ਦਾ ਨਾਮ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਾਲੀ ਤਾਂ ਉਹ ਹੈ ਜਿਹਦੇ ਕੋਲ ਉਸ ਪਰਿਪੂਰਨ ਪਰਮਾਤਮਾ ਦੀ ਬੰਦਗੀ ਨਹੀਂ। ਭੂਤਵਾ ਗੋਰਖ ਨੂੰ ਗੁਰੂ ਬਣਾਉਣ ਦੇ ਨਾਲ ਸਾਰਾ ਕੁਝ ਪਾਉਣਾ ਜਾਂ ਖਾਲੀ ਰਹਿਣਾ ਨਹੀਂ ਹੈ। ਸਾਹਿਬ ਦੀ ਬੰਦਗੀ ਜਿੱਥੇ ਨਹੀਂ ਖਾਲੀ ਤਾਂ ਉਹ ਰਹਿੰਦੇ ਨੇ ਛੂਛੇ, ਉਹ ਹੁੰਦੇ ਹਨ ਦੁੱਖ ਪਾਏ ਜਮ ਤਰਾਸ ਕੋ। ਉਹ ਵੱਡਾ ਦੁੱਖ ਪਾਉਂਦੇ ਹਨ। ਮਾਨ ਕੋ ਮਿਟਾਏ ਸਭੇ ਚਰਨ ਲਗਾਏ ਅਬ। ਮਾਨ ਨੂੰ ਮਿਟਾ ਕਰਕੇ ਹੰਕਾਰ ਨੂੰ ਛੱਡ ਕੇ ਚਰਨਾ ਪਰ ਉਸ ਮਾਲਕ ਦੇ ਚਰਨਾ ਸੰਗ ਜੁੜੋ। ਨਹੀਂ ਹਟ ਜਾਏ ਹਮ ਆਵੇ ਤੁਮ ਪਾਸ ਕੋ। ਔਰ ਇਸ ਪ੍ਰਕਾਰ ਮਨ ਦਾ ਮਾਨ ਤਿਆਗ ਕਰਕੇ ਉਸ ਪਰਿਪੂਰਨ ਨਿਰੰਕਾਰ ਦੇ ਚਰਨਾ ਸੰਗ ਜੁੜੋ। ਜਨਮ ਮਰਨ ਕੇ ਆਤੰਕ ਮਾਨੇ ਮਾਨੇ ਸੋ। ਔਰ ਜਿਹੜਾ ਜਨਮ ਤਥਾ ਮਰਨ ਦਾ ਜਿਹੜਾ ਡਰ ਹੈ ਨਾ, ਇਹ ਜੀਵ ਨੂੰ ਹਮੇਸ਼ਾ ਵਿਆਪਦਾ ਰਹਿੰਦਾ ਹੈ। ਕਿਸ ਨੂੰ? ਉਸ ਜੀਵ ਨੂੰ ਹਮੇਸ਼ਾ ਹੀ ਜਨਮ ਤੇ ਮਰਨ ਦਾ ਡਰ ਬਣਿਆ ਰਹਿੰਦਾ ਹੈ। ਦੇਹ ਵਿਖੇ ਹੰਤਾਤ ਤਾਰਿਓ ਅਭਿਆਸ ਕੋ। ਜਿਨੇ ਆਪਣੇ ਹਿਰਦੇ ਦੇ ਅੰਦਰ ਭਾਵ ਦੇਹ ਦਾ ਅਹੰਕਾਰ ਹੰਤਾ ਜਿਹਦੇ ਕੋਲ ਭਾਵ ਅਹੰਕਾਰ ਜਿਨੇ ਹਿਰਦੇ ਅੰਦਰ ਧਾਰਿਆ। ਪਾਤਸ਼ਾਹ ਕਹਿੰਦੇ ਸਾਨੂੰ ਤਾਂ ਇਹ ਤੂੰ ਕਹਿ ਰਿਹਾ ਹੈ ਸਦੀਵੀ ਤੁਸੀਂ ਰਹਿ ਜਾਓਗੇ, ਭਾਵ ਮੌਤ ਕਦੇ ਨਹੀਂ ਆਏਗੀ। ਪਾਤਸ਼ਾਹ ਕਹਿੰਦੇ ਇਹਦਾ ਕਾਹਦਾ ਡਰ ਹੈ? ਇਹ ਤਾਂ ਕੋਈ ਸਦੀਵੀ ਭਾਵ ਇਸ ਥਾਂ ਤੇ ਰਹਿਣਾ ਨਹੀਂ, ਇੱਥੋਂ ਤਾਂ ਜਾਣਾ ਹੈ। ਰੰਚਕ ਸਨੇਹ ਗਿਆਨੀ ਕਰੇ ਨਹਿ ਦੇਹ ਵਿਖੇ। ਕਹਿੰਦੇ ਭੋਰਾ ਮਾਤਰ ਵੀ ਜਿਹੜੇ ਗਿਆਨਵਾਨ ਹਨ ਉਹ ਤਾਂ ਦੇਹ ਦਾ ਸਨੇਹ ਕਰਦੇ ਹੀ ਨਹੀਂ। ਉਹ ਤਾਂ ਜੀਵਨ ਦੇ ਅੰਦਰ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜੈ ਮਰਨਾ ਸਭ ਜਗਤ ਤਰਾਸਿਆ। ਬਾਬਾ ਕਬੀਰ ਸਾਹਿਬ ਜੀ ਇਹਦਾ ਉੱਤਰ ਵਾਕਮਾਲ ਪਾਵਨ ਗੌੜੀ ਰਾਗ ਵਿੱਚ ਬਾਬਾ ਕਬੀਰ ਸਾਹਿਬ ਜੀ ਨੇ ਦਿੱਤਾ। ਜੈ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਕਹਿੰਦੇ ਜਿਹੜੀ ਮੌਤ ਨੇ ਸਾਰੇ ਜਗਤ ਨੂੰ ਡਰਾਇਆ ਹੈ, ਬਾਬਾ ਕਬੀਰ ਸਾਹਿਬ ਕਹਿਣ ਲੱਗੇ ਭਾਈ ਉਸ ਮੌਤ ਦੀ ਸਿੱਖਿਆ ਅਸੀਂ ਗੁਰੂ ਕੋਲੋਂ ਲੈ ਲਈ ਹੈ। ਸੋ ਮਰਨਾ ਗੁਰ ਸ਼ਬਦ ਪਰਗਾਸਿਆ, ਗੁਰੂ ਦੇ ਸ਼ਬਦ ਦੇ ਰਾਹੀਂ ਚਾਨਣਾ ਹੋ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜੇ ਭਾਈ ਉਹਨਾਂ ਨੂੰ ਸੋਝੀ ਮਿਲੀ ਤਾਂ ਹੀ ਉਹਨਾਂ ਕਹਿ ਦਿੱਤਾ ਮੋਹੇ ਮਰਨੇ ਕਾ ਚਾਓ ਹੈ। ਲੋਕਾਂ ਨੂੰ ਡਰ ਹੈ, ਉਹਨਾਂ ਕਹਿ ਦਿੱਤਾ ਸਾਨੂੰ ਚਾਹ ਹੈ। ਉਹਨਾਂ ਨੂੰ ਜੀਵਨ ਦੀ ਸੋਝੀ ਮਿਲ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਗਿਆਨਵਾਨ ਹੈ ਉਹਨੂੰ ਤਾਂ ਆਪਣੇ ਜੀਵਨ ਦਾ ਆਪਣੇ ਇਸ ਜੀਵਨ ਦੇ ਅੰਦਰ ਉਹਨੂੰ ਤਾਂ ਰੰਚਕ ਮਾਤਰ ਵੀ ਮੌਤ ਦਾ ਡਰ ਤੇ ਸਰੀਰ ਦਾ ਸਨੇਹ ਪਿਆਰ ਨਹੀਂ ਹੈ ਉਹਨਾਂ ਨੂੰ। ਉਹਨਾਂ ਨੇ ਤਾਂ ਜੀਵਨ ਵਿੱਚ ਸਾਰਾ ਕੁਝ ਤਿਆਗਿਆ ਹੋਇਆ ਹੈ। ਰਾਹੇ ਤੇ ਹਰਖ ਨਹੀਂ ਸ਼ੋਕ ਨਾ ਬਿਨਾਸ਼ ਕੋ। ਔਰ ਜੇ ਮਿਲ ਗਿਆ ਉਹਦਾ ਖੁਸ਼ੀ ਨਹੀਂ, ਜੇ ਚਲਾ ਗਿਆ ਉਹਦਾ ਸ਼ੋਕ ਨਹੀਂ। ਜੀਵਨ ਰਹਿਣ ਦੀ ਖੁਸ਼ੀ ਨਹੀਂ, ਜਾਣਦਾ ਕੋਈ ਸ਼ੋਕ ਨਹੀਂ। ਜਿਹੜੇ ਐਸੇ ਗਿਆਨਵਾਨ ਪੁਰਸ਼ ਹਨ। ਦੋਹਰਾ ਸੁਨ ਕੈ ਜਾਣੇ ਗਿਆਨ ਕਨ ਗਮਨੇ ਓਨੇ ਜੇ ਅਸਥਾਨ। ਸਾਧ ਸੰਗਤ ਜੀ ਪਾਤਸ਼ਾਹ ਦੇ ਕੋਲੋਂ ਭੂਤਵਾ ਜਿਹੜਾ ਆਇਆ ਇਹ ਵੀ ਸੁਣ ਕੇ ਸਤਿਗੁਰੂ ਜੀਆਂ ਦੇ ਕੋਲੋਂ ਵਾਪਸ ਚਲਾ ਗਿਆ। ਮਹਾਰਾਜ ਜੀਆਂ ਦੇ ਨਾਲ ਇਹਨੇ ਵੀ ਵਿਚਾਰ ਕੀਤੀ, ਇਹ ਵੀ ਖਾਲੀ ਮੁੜਿਆ। ਗੋਰਖ ਕੇ ਟਿਗ ਬੈਠ ਕੇ ਕੀਨ ਬਿਰਤੰਤ ਬਖਾਨ। ਇਹਨੇ ਜਾ ਕੇ ਆਪਣੇ ਗੁਰੂ ਗੋਰਖ ਦੇ ਕੋਲ ਬੈਠ ਕੇ ਸਾਰਾ ਜਿਹੜਾ ਸੀ ਬਿਰਤੰਤ ਬਖਾਣਿਆ। ਕਹਿੰਦਾ ਜੀ ਮੈਂ ਵੀ ਗਿਆ। ਉਹਨੇ ਪੁੱਛਿਆ ਤੂੰ ਕਿਹੜਾ ਪ੍ਰਸ਼ਨ ਪੁੱਛਿਆ? ਕਹਿੰਦੇ ਮੈਂ ਉਹਨਾਂ ਨੂੰ ਦੇਹ ਅਧਿਆਸ ਦਾ, ਦੇਹ ਅਹੰਕਾਰ ਦਾ, ਜੀਵਨ ਰਹਿਣ ਦਾ, ਮੌਤ ਦਾ ਸਵਾਲ ਕੀਤਾ। ਕਹਿੰਦੇ ਉਹਨਾਂ ਨੇ ਕਹਿ ਹੀ ਦਿੱਤਾ ਹੈ
ਕਿ ਸਾਨੂੰ ਆਪਣੇ ਜੀਵਨ ਦੀ ਖੁਸ਼ੀ ਨਹੀਂ ਤੇ ਮੌਤ ਦਾ ਸਾਨੂੰ ਕੋਈ ਗਮ ਡਰ ਨਹੀਂ। ਅਸੀਂ ਇਹਦੇ ਤੋਂ ਉੱਤੇ ਹਾਂ, ਦੇ ਤਾਂ ਹਾਂ ਨਹੀਂ। ਉਹਨਾਂ ਨੇ ਮੈਨੂੰ ਇਸ ਪ੍ਰਕਾਰ ਕਹਿ ਤੋਰਿਆ ਹੈ। ਪਾਵਨ ਬਾਣੀ ਦੇ ਅੰਦਰ ਜਿਹੜੇ ਵੱਖ-ਵੱਖ ਹੋਰ ਸਿੱਧ ਨੇ, ਜਿਵੇਂ ਸਾਧ ਸੰਗਤ ਜੀਓ ਲੋਹਾ ਰੀਪਾ ਹੈ, ਚਰਪਟ ਹੈ ਔਰ ਭੰਗਰਨਾਥ ਹੈ, ਇਹਨਾਂ ਦਾ ਜੋ ਜ਼ਿਕਰ ਪਾਤਸ਼ਾਹ ਜੀਆਂ ਨੇ ਇਹ ਵੀ ਕੀਤਾ ਵੀ ਲੋਹਾ ਰੀਪਾ ਨੇ ਕਿਹੜਾ ਪ੍ਰਸ਼ਨ ਪੁੱਛਿਆ ਸੀ, ਭੰਗਰਨਾਥ ਨੇ ਕਿਹੜਾ ਪੁੱਛਿਆ ਸੀ, ਔਰ ਚਰਪਟ ਨੇ ਜਿਹੜਾ ਸਵਾਲ ਕੀਤਾ ਸੀ, ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਆ ਔਦੂ ਬੋਲੇ ਗਿਆਨੇ, ਤੀਰਥ ਨਹਾਈਆ ਸੁਖ ਫਲ ਪਾਈਆ ਮੈਲ ਨ ਲੱਗੈ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਵਿਦਸਾਈ। ਪਾਤਸ਼ਾਹ ਜੀਆਂ ਨੇ ਫਿਰ ਇਹਦਾ ਉੱਤਰ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਅਗਲੀ ਪੌੜੀ ਅੰਦਰ ਸਤਿਗੁਰੂ ਮਹਾਰਾਜ ਜੀਆਂ ਦੇ ਕੋਲੋਂ ਇਸ ਪ੍ਰਕਾਰ ਭੂਤਵਾ ਚਲਾ ਗਿਆ। ਤੈਂ ਤੂਸ਼ਨ ਕਰਵਾਏ ਕੈ ਗੋਰਖ ਆਇਸ ਦੀਨ। ਕਹਿੰਦੇ ਫਿਰ ਉਹਨੂੰ ਚੁੱਪ ਕਰਾਇਆ। ਹੁਣ ਜਿਹੜੇ ਜਾਂਦੇ ਨੇ ਸਾਰੇ ਭੌਂਦੇ ਹੋਏ ਜਾਂ ਹੱਥ ਜੋੜਦੇ ਨੇ ਗੋਰਖ ਕੋਲ ਵੀ ਤੂੰ ਉਹਨਾਂ ਦੇ ਨਾਲ ਸਤਿਗੁਰੂ ਜੀਆਂ ਦੇ ਨਾਲ ਕਿਸੇ ਤਰ੍ਹਾਂ ਕੋਈ ਚਰਚਾ ਛੇੜ ਕੇ ਨਵਾਂ ਕੋਈ ਵਿਵਾਦ ਨਾ ਖੜਾ ਕਰ ਲਈ ਪਾਤਸ਼ਾਹ ਨਾਲ। ਉਹਨੂੰ ਵੀ ਫਿਰ ਭੂਤਵੇ ਸਿੱਧ ਨੂੰ ਵੀ ਗੋਰਖ ਨੇ ਚੁੱਪ ਕਰਵਾਇਆ। ਹੈ ਕੋ ਸਿੱਧ ਸਮਰੱਥ ਜੋ ਜੀਤੇ ਬਚਨ ਪ੍ਰਬੀਨ। ਇਹ ਲੱਗਾ ਕਹਿਣ, ਕਹਿੰਦੇ ਤੁਹਾਡੇ ਵਿੱਚੋਂ ਕੋਈ ਹੈ ਐਸਾ ਸਮਰੱਥ ਸਿੱਧ, ਕੋਈ ਰਹਿ ਗਿਆ ਹੈ ਜਿਹੜਾ ਜਾ ਕੇ ਉਹਨਾਂ ਨਾਲ ਕੋਈ ਵੀ ਵਿਚਾਰ ਕਰ ਲਵੇ। ਚਰਪਟ ਕਰ ਔਰ ਤਮਕ ਕੋ ਆਵਾ ਗੁਰ ਕੇ ਪਾਸ। ਹੁਣ ਇੱਕ ਕੰਦਰ ਦੇ ਅੰਦਰ ਚਰਪਟ ਬੈਠਾ ਸੀ ਛੁਪ ਕੇ, ਇੱਕੋ ਦਮ ਗੁੱਸਾ ਖਾ ਕੇ ਹਿਰਦੇ ਦੇ ਅੰਦਰ ਕਹਿੰਦਾ ਜੀ ਮੈਂ ਜਾਵਾਂਗਾ, ਤੁਸੀਂ ਮੈਨੂੰ ਆਗਿਆ ਦਿਓ। ਚਰਪਟ ਕਹਿੰਦਾ ਜੀ ਮੈਨੂੰ ਆਗਿਆ ਦਿਓ। ਬੈਠਿਓ ਤਬੇ ਸਮੀਪ ਹੋਏ ਕੀਨੇ ਬਚਨ ਪ੍ਰਕਾਸ਼। ਪਾਤਸ਼ਾਹ ਦੇ ਕੋਲ ਆਣ ਕੇ ਚਰਪਟ ਉਸ ਥਾਂ ਤੇ ਆ ਗਿਆ ਜਿਹੜੀ ਥਾਂ ਤੇ ਪਾਤਸ਼ਾਹ ਬੈਠੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਆਣ ਕੇ ਇਹ ਪੀ ਬੈਠ ਗਿਆ। ਸਵਈਆ ਆਸਨ ਬੈਸਨ ਹੈ ਕਹਿ ਠਾ ਤਵ ਭੋਜਨ ਕੋਨ ਅਚੋ ਜੋ ਆਧਾਰਾ। ਪਾਤਸ਼ਾਹ ਜੀ ਨੂੰ ਲੱਗਾ ਕਹਿਣ ਤੁਹਾਡਾ ਆਸਨ ਬੈਸਨ ਟਿਕਾਣਾ ਕਿੱਥੇ ਹੈ? ਆਸਨ ਬੈਸਨ ਥਿਰ ਨਾਰਾਇਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਜਿਹੜਾ ਇਹ ਪ੍ਰਸ਼ਨ ਹੈ, ਇਹ ਪ੍ਰਸ਼ਨ ਵੀ ਹੈ ਤੇ ਉੱਤਰ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਦਿੱਤਾ ਹੈ। ਇਹ ਵਾਲਾ ਜੋ ਪ੍ਰਸ਼ਨ ਹੈ, ਇਹਨੇ ਪੁੱਛਿਆ ਕਿਹੜੀ ਥਾਂ ਤੇ ਤੁਹਾਡਾ ਆਸਨ ਹੈ ਤੇ ਭੋਜਨ ਤੁਸੀਂ ਕਿਹੜਾ ਛਕਦੇ ਹੋ, ਤੁਸੀਂ ਕਿਹੜਾ ਭੋਜਨ ਗ੍ਰਹਿਣ ਕਰਦੇ ਹੋ, ਤੁਹਾਡਾ ਆਧਾਰ ਕੀ ਹੈ? ਸੇਜ ਡਸਾਏ ਕਹਾਂ ਬਿਸਰਾਮ ਕੀ ਕੌਣ ਦਕੂਲ ਸਰੀਰ ਪੈ ਤਾਰਾ। ਔਰ ਕਿਹੜੀ ਥਾਂ ਤੇ ਤੁਸੀਂ ਆਸਨ ਲਾਇਆ ਹੈ ਵਿਸ਼ਰਾਮ ਕਰਨ ਵਾਸਤੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹਨੇ ਪ੍ਰਸ਼ਨ ਕੀਤਾ ਤੁਹਾਡਾ ਆਧਾਰ ਭੋਜਨ ਦਾ ਆਧਾਰ ਕੀ ਹੈ? ਭੋਜਨ ਤੁਸੀਂ ਕਿਹੜਾ ਛਕਦੇ ਹੋ? ਤੁਹਾਡਾ ਵਾਸਾ ਕਿਹੜੀ ਥਾਂ ਤੇ ਹੈ? ਔਰ ਪਿੰਡੇ ਤੇ ਕੱਪੜਾ ਕਿਹੜਾ ਹੈ? ਆਸਨ ਬੈਸਨ ਦੇਹ ਕੇ ਪੀਤਰ ਨਾਮ ਸੋ ਭੋਜਨ ਜਾਣੇ ਹਮਾਰਾ। ਪਾਤਸ਼ਾਹ ਕਹਿੰਦੇ ਸਾਡਾ ਆਸਣ ਬੈਸਣ ਦੇਹ ਦੇ ਅੰਦਰ ਹੈ, ਔਰ ਜੋ ਭੋਜਨ ਹੈ ਉਹ ਸਾਡਾ ਭੋਜਨ ਨਾਮ ਰੂਪੀ ਭੋਜਨ ਅਸੀਂ ਛਕਦੇ ਹਾਂ, ਉਹ ਹੀ ਅਸੀਂ ਇਸ ਦੇਹ ਨੂੰ ਛਕਾਉਣਾ ਕਰਨੇ ਹਾਂ। ਇੱਕ ਦੇ ਇਹ ਹੈ, ਇੱਕ ਦੇ ਉਹ ਸਾਧ ਸੰਗਤ ਜੀਓ ਜਿਹਦੇ ਬਾਬਤ ਇਹਨਾਂ ਨੇ ਪਹਿਲਾਂ ਪ੍ਰਸ਼ਨ ਕੀਤੇ ਹਨ ਸੂਖਸ਼ਮ ਸਰੀਰ ਦੇ ਬਾਰੇ। ਸਾਧ ਸੰਗਤ ਜੀਓ ਇਸ ਦੇਹੀ ਦੇ ਅੰਦਰ ਸਾਧ ਸੰਗਤ ਜੀ ਥੋੜਾ ਇਹ ਨੁਕਤਾ ਜੋ ਹੈ ਸਰਵਣ ਕਰਨਾ। ਪਹਿਲਾਂ ਮੰਨ ਲਓ ਅੱਜ ਤੋਂ ਪਹਿਲਾਂ ਜਦੋਂ ਕੋਈ ਇਸ ਸਰੀਰ ਨੂੰ ਕੋਈ ਰੋਗ ਲੱਗਣਾ ਜਾਂ ਪਹਿਲਾਂ ਐਕਸਰੇ ਮਸ਼ੀਨਾਂ ਆਈਆਂ, ਉਸ ਤੋਂ ਪਹਿਲਾਂ ਜਿਹੜੇ ਵੈਦ ਸਨ ਉਹਨਾਂ ਨੇ ਨਬਜ ਪਕੜ ਕੇ ਢੰਡੋਲ ਕੇ ਉਹਨਾਂ ਨੇ ਰੋਗ ਵੇਖਣਾ। ਪਹਿਲਾਂ ਉਹਨਾਂ ਨੇ ਇਸ ਸਰੀਰ ਦੇ ਅੰਦਰ ਪਹਿਲਾਂ ਮੋਟੀ ਬਿਮਾਰੀ ਵੇਖ ਲੈਣੀ, ਫਿਰ ਹੌਲੀ ਹੌਲੀ ਬਰੀਕ ਜਿਹੜੇ ਕੋਈ CT ਸਕੈਨ MRI ਵੱਖ-ਵੱਖ ਤਰੀਕਿਆਂ ਦੇ ਨਾਲ ਸਰੀਰ ਦੀ ਹੋਰ ਵੀ ਜਾਂਚ ਸ਼ੁਰੂ ਹੋ ਗਈ।
ਹੁਣ ਜਿਹੜਾ ਅੰਦਰ ਵਾਲਾ ਸੂਖਸ਼ਮ ਸਰੀਰ ਹੈ, ਜਿੱਥੇ ਮਹਾਰਾਜ ਜੀਆਂ ਨੇ ਬਚਨ ਕਹੇ, ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇਕਠਾਈ। ਹੁਣ ਉਸ ਸਰੀਰ ਨੂੰ ਵੇਖਣ ਵਾਸਤੇ ਜਿਹੜੀਆਂ ਕੋਈ ਬਾਹਰ ਦੀਆਂ ਮਸ਼ੀਨਾਂ ਤਾਂ ਹੈ ਨਹੀਂ। ਮਨ ਨੂੰ ਵੇਖਣ ਵਾਸਤੇ ਕਿਹੜੀ ਮਸ਼ੀਨ ਹੈ? ਮਨ ਸ਼ੁੱਧ ਨਹੀਂ ਮੰਨ ਲਓ, ਇੱਦਾਂ ਤਾਂ ਹੈ ਨਹੀਂ ਵੀ ਮਨ ਨੂੰ ਕੱਢਿਆ ਵਿੱਚੋਂ ਸਾਫ਼ ਕੀਤਾ ਫਿਰ ਦੁਬਾਰਾ ਵਿੱਚ ਸਰੀਰ ਵਿੱਚ ਕੋਈ ਫਿੱਟ ਕਰ ਦੇਵੇਗਾ। ਇੱਦਾਂ ਦਾ ਤਾਂ ਕੋਈ ਮਨੂਆ ਹੈ ਨਹੀਂ ਵੀ ਜਿਵੇਂ ਕੋਈ ਲੀਵਰ ਹੈ ਜਾਂ ਕੋਈ ਹੋਰ ਜਿਹੜੇ ਸਰੀਰ ਦੇ ਪਾਰਟਸ ਹਨ। ਇਸ ਸਰੀਰ ਨੂੰ ਜਿਹੜਾ ਅੰਦਰ ਵਾਲਾ ਸੂਖਸ਼ਮ ਸਰੀਰ ਹੈ, ਜਿਹਦੇ ਬਾਬਤ ਹੁਣ ਸਿੱਧ ਮਹਾਰਾਜ ਜੀਆਂ ਦੇ ਕੋਲੋਂ ਪੁੱਛ ਰਹੇ ਨੇ, ਤੁਹਾਡਾ ਭੋਜਨ ਕਿਹੜਾ ਹੈ? ਮਹਾਰਾਜ ਕਹਿੰਦੇ, ਭਾਈ ਸਾਡਾ ਭੋਜਨ ਨਾਮ ਦਾ ਆਧਾਰ ਹੈ। ਪਾਤਸ਼ਾਹ ਨੂੰ ਪੁੱਛਿਆ, ਤੁਸੀਂ ਕੱਪੜੇ ਕਿਹੜੇ ਪਹਿਨੇ ਹਨ? ਮਹਾਰਾਜ ਜੀ ਕਹਿੰਦੇ, ਚੀਰ ਖਿਮਾ ਤਨ ਪੈ ਪੈਰੇ। ਅਸੀਂ ਆਪਣੇ ਪਿੰਡੇ ਤੇ ਖਿਮਾ ਦਾ ਜੋ ਕੱਪੜਾ ਹੈ, ਅਸੀਂ ਆਪਣੇ ਪਿੰਡੇ ਤੇ ਉਹ ਪਹਿਨਿਆ ਹੋਇਆ ਹੈ। ਗਰੀਬੀ ਕਦਾ ਹਮਾਰੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਹੜੇ ਇਹ ਬਚਨ ਕਹੇ, ਚੀਰ ਖਿਮਾ ਤਨ ਪੈ ਪਹਿਰੇ, ਸੁਟ ਸੇਜ ਡਸੀ ਦਸਵੇਂ ਬਾਰ ਦੁਆਰਾ। ਔਰ ਜਿਹੜਾ ਸਾਡਾ ਆਸਨ ਲੱਗਾ ਹੋਇਆ ਹੈ, ਸਾਡਾ ਆਸਣ 10ਵੇਂ ਦੁਆਰ ਤੇ ਲੱਗਾ ਹੋਇਆ ਹੈ। ਜਿਸ ਥਾਂ ਤੇ ਅਸੀਂ ਵਿਸ਼ਰਾਮ ਕਰਦੇ ਹਾਂ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿਥੈ ਆਤਮ ਰਾਮ ਪ੍ਰਗਾਸ। ਚਰਪਟ ਸਤਿਗੁਰੂ ਜੀ ਦੇ ਸਾਵੇਂ ਬੈਠਾ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਨਾਲ ਵਿਚਾਰ ਹੁਣ ਚਰਪਟ ਆਇਆ ਹੈ। ਕਹਿੰਦੇ ਜੀ ਮੈਂ ਵਿਚਾਰ ਕਰਾਂਗਾ। ਸਤਿਗੁਰੂ ਮਹਾਰਾਜ ਜੀਆਂ ਨੂੰ ਆਉਂਦਿਆਂ ਇਹਨੇ ਜਿਹੜਾ ਪ੍ਰਸ਼ਨ ਕੀਤਾ, ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੇ ਕਹਿ ਜਾਓ, ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਸਾਨੂੰ ਆਪਣਾ ਰਾਹ ਦੱਸੋ, ਸਾਨੂੰ ਤੁਸੀਂ ਆਪਣਾ ਇਹ ਰਸਤਾ ਦੱਸੋ। ਪਾਤਸ਼ਾਹ ਜੀਆਂ ਦੇ ਕੋਲੋਂ ਇਹ ਰਸਤਾ ਪੁੱਛਦਾ ਹੈ। ਹੋਰ ਵੀ ਜਿਹੜੀ ਵਿਚਾਰ ਕੀਤੀ। ਚਰਪਟ ਤੋਂ ਬਾਅਦ ਕਿਹੜੇ ਕਿਹੜੇ ਸਿੱਧ ਆਏ ਪਾਤਸ਼ਾਹ ਜੀਆਂ ਨਾਲ ਚਰਚਾ ਕਰਨ ਲਈ, ਉਹ ਆਪਾਂ ਅਗਲੇਰੇ ਪ੍ਰਸੰਗਾਂ ਦੇ ਅੰਦਰ ਸਤਿਗੁਰੂ ਮਹਾਰਾਜ ਜੀਓ ਕੀ ਪਾਵਨ ਜੀਵਨ ਕਥਾ ਸਰਵਣ ਕਰਾਂਗੇ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਰਹਿਮਤਾਂ ਕਰਨ। ਪਾਵਨ ਪਵਿੱਤਰ ਕੀਤੀ ਹੋਈ ਵਿਚਾਰ ਤੁਰ ਹਿਰਦੇ ਅੰਦਰ ਵਸ ਜਾਏ ਜੀ। ਵਾਹਿਗੁਰੂ 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 ਵਾਹਿਗੁਰੂ